टेबल ਜਿਹੜਾ ਉਹਨੇ ਦਿੱਤਾ ਉਹ ਚ ਫਸਟ ਆਪਣੇ ਕੋਲ ਆ ਗਿਆ ਇਧਰ ਡਿਗਰੀਜ਼ ਆਪਣੇ ਕੋਲ 0 डिग्री 1 डिग्री 2 डिग्री ਇਸੇ ਬਿਨਾ ਕੰਟੀਨਿਊ ਕਰਦਾ ਚੱਲਾ ਤੇ ਫਸਟ ਪੇਜ ਜਿਹੜਾ ਵਾ 44 डिग्री तक का नेक्स्ट 45 तो शुरू हो जाए मतलब लास्ट ਜਿਹੜਾ ਆਪਣੇ ਕੋਲ ਜਾਏਗਾ 90 डिग्री तक के वैल्यू जानियां ठीक है अब ऐसा चेंजेस 0 1 2 3 4 अप टू 90 डिग्री तक के टेबल उस तो बाद ਜਿਹੜੀ ਫਸਟ ਰੋ ਹੋਏਗੀ ਜਿਹੜੀ ਫਸਟ ਰੋ ਹੈਗੀ ਆ ਉਹਦੇ ਚ ਆਪਣੇ ਕੋਲ ਐਂਗਲ ਦੀ ਵੈਲਿਊ ਦੋ ਵੇ ਨਾਲ ਲਿਖੀ ਆ 0 मिनट 6 मिनट 12 मिनट 18 मिनट इसे बिना 24 मिनट इसे बिना लास्ट इथे वैल्यू है 54 मिनट दी ठीक है ये मेन टेबल हो गया ये मेन टेबल हो गया उस तो बाद एक उन्हें टेबल दिता उसका नाम रखा मीन डिफरेंस ਉਹਦੇ नीचे 5 वैल्यूज ने 1 2 3 4 ਤੇ 5 क्लियर है जी ये निकल यस सर चलो यस मान लो मेरे को इतने 21 डिग्री 22 डिग्री 23 डिग्री कुछ इदा वैल्यू चल रही थी ਆਪਾਂ ਇੱਥੇ ਇੱਕ ਵੈਲਿਊ ਕੋਈ ਰੀਡ ਕੀਤੀ ਇੱਥੇ ਕੋਈ ਇੱਕ ਨੰਬਰ ਲਿਖਿਆ ਹੋਇਆ ਇਹਦੀ ਮੈਂ ਵੈਲਿਊ ਰੀਡ ਕੀਤੀ ਇੱਥੇ ਕੋਈ ਡਿਜਿਟ ਦਿੱਤੇ ਲੈਟ ਆਪਾਂ ਅਸਿਊਮ ਕਰਦੇ ਮੈਂ ਇੱਥੇ ਵੈਲਿਊ ਲਿਖੀ ਹੋਈ ਹੈ ਮੇਰੇ ਕੋਲ 4569 ਮੈਂ ਕੋਈ ਐਕਚੁਅਲ ਵੈਲਿਊ ਨਹੀਂ ਲਿਖ ਰਿਹਾ ਜਸਟ ਵੈਸੇ ਵੈਲਿਊ ਲਿਖ ਦਿੱਤੀ ਇਹ ਸਾਰੀਆਂ ਵੈਲਿਊਜ਼ ਦੇ ਅੱਗੇ ਡੈਸੀਮਲ ਲੱਗਾ ਹੀ ਹੋਇਆ क्योंकि sin 90 ਦੀ ਵੈਲਿਊ 1 ਹੁੰਦੀ ਹੈ ਨਾ sin 90 ਦੀ ਵੈਲਿਊ 1 ਹੁੰਦੀ ਤੇ ਬਾਕੀ sin ਥੀਟਾ ਦੇ ਜਿੰਨੇ ਐਂਗਲ 90 ਤੋਂ ਛੋਟੇ ਆ ਉਹਨਾਂ ਸਾਰਿਆਂ ਦੀ ਵੈਲਿਊ 1 ਤੋਂ ਸਮਾਲ ਆ यानी वो वैल्यू मेरी 0.8564 इतना करके वैल्यूज आ उन्हें हर वैल्यू तक के डेसिमल ला के नहीं दिखाया बट डेसिमल चलो जी डेसिमल इस पे दे दो डेसिमल हैगा मेरा ठीक है हुन जदों तुसी टेबल ਨੂੰ रीड करना मान लो आ टेबल च मैं वैल्यू देखनी है हुन इनु मैं इदा रीड करांगा कि sin थीटा दे टेबल दे अकॉर्डिंगली आ जेडी वैल्यू आई आ ये sin 23 डिग्री ये sin 23 डिग्री ते इधरों 6 मिनट दे नीचे है यानी इदी वैल्यू sin 23 डिग्री 6 मिनट होएगी क्या इतनी गल समझ लगी यस सर ठीक है ऐसा जो जे मेनू टेबल दे विच जे मेनू टेबल च sin 23 डिग्री 6 मिनट दी वैल्यू लभनी पवे ते मैं 23rd रो च जावांगा इधरों 6 मिनट ਦੇ ਥੱਲੇ ਆਵਾਂਗਾ ਜਿਹੜਾ ਆ ਸੈੱਲ ਬਣ ਗਿਆ ਇਹਨਾਂ ਦੋਨਾਂ ਦੇ ਰੋ ਤੇ ਕਾਲਮ ਨੂੰ ਜੋੜ ਕੇ ਇੱਥੇ ਜਿੰਨੀ ਵੈਲਿਊ ਲਿਖੀ ਆ ਇਹ sin 23 ਡਿਗਰੀ 6 ਮਿੰਟ ਦੀ ਵੈਲਿਊ ਆ ਕਿੰਨੀ ਗੱਲ ਸਮਝ ਲੱਗ ਰਹੀ यस Yes, sir. यस सर ਜੇ ਮੰਨ ਲਓ ਮੇਰੇ ਕੋਲ ਜਿਹੜੀ ਮੈਂ ਵੈਲਿਊ ਦੇਖਣੀ ਆ 23 ਡਿਗਰੀ 8 ਮਿੰਟ ਦੀ ਵੈਲਿਊ ਦੇਖਣੀ ਆ ਤੇ ਕਿਆ ਇਸ ਟੇਬਲ ਦੇ ਅੰਦਰ 23 ਡਿਗਰੀ 8 ਮਿੰਟ ਦੀ ਵੈਲਿਊ ਆਉਂਦੀ ਪਈ No, sir. नहीं आया ओ सर 6 मिनट तो बाद 12 मिनट आ गए कहना फिर ਆਪਾਂ 8 ਮਿੰਟ ਵਾਲੀ ਵੈਲਿਊ ਕਿਦਾਂ ਦੇਖਾਂਗੇ ਤੇ ਬੱਚੋ ਇੱਕ ਚੀਜ਼ ਧਿਆਨ ਦਿਓ 6 ਮਿੰਟ ਤੋਂ ਬਾਅਦ 12 ਮਿੰਟ ਦੇ ਵਿੱਚ 5 ਮਿੰਟ ਦਾ ਡਿਫਰੈਂਸ ਆ 7 ਮਿੰਟ 8 ਮਿੰਟ 9 ਮਿੰਟ 10 ਮਿੰਟ ਤੇ 11 ਮਿੰਟ ਠੀਕ ਹੈ ਜੀ ਮੈਂ ਜੇ ਇਧਰੋਂ 6 ਮਿੰਟ ਦੀ ਵੈਲਿਊ ਦੇਖ ਕੇ ਇਧਰੋਂ 2 ਮਿੰਟ ਦੇ ਨੀਚੇ ਵੈਲਿਊ ਦੇਖ ਲੈਂਦਾ 6 ਮਿੰਟ ਦੀ ਵੈਲਿਊ ਦੇਖ ਕੇ इधरों 2 मिनट ਦੇ ਨੀਚੇ ਵੈਲਿਊ ਦੇਖ ਲੈਂਦਾ ਇਸ 6 ਮਿੰਟ ਦੀ ਵੈਲਿਊ ਦੇ ਵਿੱਚ 2 ਮਿੰਟ ਦੀ ਵੈਲਿਊ ਨੂੰ ਮੈਂ ਐਡ ਕਰ ਦਵਾਂ ਤੇ ਮੇਰੇ sin 23 ਡਿਗਰੀ 8 ਮਿੰਟ ਦੀ ਵੈਲਿਊ ਬਣੂ यस सर Yes, sir. यस सर ठीक है ਇਸੇ ਤਰ੍ਹਾਂ ਆਪਾਂ ਕੁਝ ਹੋਰ ਵੈਲਿਊ ਬੋਲ ਦਿੰਦੇ ਮੰਨ ਲਓ ਤੇ 42 ਡਿਗਰੀ ਲਿਖਿਆ ਕੋਈ ਹਨਾ ਤੇ ਇੱਥੇ ਮੇਰੀ ਵੈਲਿਊ ਲਿਖੀ ਸੀ 18 ਦੇ ਥੱਲੇ ਇਧਰੋਂ 42 ਦੇ ਸਾਹਮਣੇ ਤੇ ਮੈਂ ਇੱਥੇ ਜਿਹੜੀ ਵੈਲਿਊ ਹੋਗੀ ਉਹਨੂੰ ਕਹੂੰਗਾ ਜੀ ਇਹ 42 ਡਿਗਰੀ 18 ਮਿੰਟ ਦੀ ਵੈਲਿਊ ਠੀਕ ਹੈ ਤੇ ਜੇ ਮੈਂ ਮੰਨ ਲਓ ਦੇਖਣੀ ਹੋਵੇ 20 ਮਿੰਟ 21 ਮਿੰਟ 22 ਮਿੰਟ ਤੁਸੀਂ ਐਸਾ ਚ ਪਹਿਲਾ ਨੰਬਰ ਪਕੜ ਕੇ ਠੀਕ ਹੈ ਜੀ ਉਹ ਵੈਲਿਊ ਨੋਟ ਕਰ ਲਓ ਕਿੰਨੀ ਆ ਉਸ ਤੋਂ ਬਾਅਦ ਜਿਹੜਾ ਮਿੰਟ ਤੁਸੀਂ ਦੇਖਣਾ ਵਾ ਮੰਨ ਲਓ ਤੁਸੀਂ 21 ਮਿੰਟ ਦੇਖਣਾ 18 ਤੋਂ ਬਾਅਦ 21 ਬਣਾਉਣ ਵਾਸਤੇ 3 ਮਿੰਟ ਹੋਰ ਚਾਹੀਦੇ ਆ ਤੇ 3 ਮਿੰਟ ਦੇ ਨੀਚੇ ਤੇ ਇਸੇ ਰੋ ਦੇ ਸਾਹਮਣੇ ਜਿਹੜੀ ਇੱਥੇ ਵੈਲਿਊ ਆਏਗੀ ਉਹ ਵੈਲਿਊ ਅਸੀਂ ਇਸ ਵੈਲਿਊ ਦੇ ਵਿੱਚ ਪਲੱਸ ਕਰਕੇ ਠੀਕ ਹੈ ਜੀ ਐਸਾ ਜਿਹਾ ਆਪਣੀ ਰਿਜ਼ਲਟੈਂਟ ਵੈਲਿਊ ਬਣਾਵਾਂਗੇ ਕੀ ਗੱਲ ਸਮਝ ਲੱਗੀ यस यस सर Yes, sir. ਇਹਨਾਂ ਸਾਰਿਆਂ ਨੂੰ ਸਮਝ ਆ ਰਿਹਾ ਹੈ ਮਤਲਬ
Yes, sir. Yes, sir. ਇਹਦਾ ਪੁੱਠਾ ਕਰਨ ਲੱਗਿਆ ਹੁਣ ਇਹਦਾ ਪੁੱਠਾ ਕਰਨ ਲੱਗਿਆ ਪੁੱਠਾ ਇਹ ਕਰਨ ਲੱਗਿਆ ਕਿ ਲੈਟ ਮੀ ਸੇ ਮੇਰੇ ਕੋਲ sin ਥੀਟਾ ਦੀ ਵੈਲਿਊ numerical ਚ ਸੋਲਵ ਕਰਕੇ ਆ ਗਈ 0.3678 ਕੁਛ ਇਹਦਾ ਵੈਲਿਊ ਆਈ ਹੁਣ ਮੈਨੂੰ ਇਹ ਨਹੀਂ ਪਤਾ ਇਹ ਕਿੰਨੇ ਡਿਗਰੀ ਕਿੰਨੇ ਮਿੰਟ ਦੀ ਵੈਲਿਊ ਤੇ ਇਹਨੂੰ ਲੱਭਣ ਵਾਸਤੇ ਤੁਸੀਂ ਟੇਬਲ ਆਪਣਾ ਖੋਲੋਗੇ ਟੇਬਲ ਦੇਖੋ ਜ਼ਰਾ ਟੇਬਲ ਚੈੱਕ ਕਰੋ ਉਹ ਚ ਦੇਖੋ 0.3678 ਹੈਗਾ ਪੂਰਾ हाँ जी No, sir. नहीं है सर कितना मिले No, ਤੁਹਾਨੂੰ sir. ਕਿਹੜੀ ਵੈਲਿਊ ਇਹਦੇ ਨੀਅਰ ਬਾਈ ਮਿਲਦੀ ਪਈ ਤੁਹਾਨੂੰ Sir, 0.3584. 0.3584 ਕੋਈ ਹੋਰ ਦੇਖੋ ਇਸ ਤੋਂ ਵੀ ਜ਼ਿਆਦਾ ਕਰੋ 0.3665 Sir, 3681. 0.3665. 3665 65 ਦੂਜੀ ਮਿਲੀ 0.36 ਹੁਣ ਜਿਹੜੀ ਆਪਣੀ ਵੈਲਿਊ ਆ ਹਨਾ ਇਹ ਦੋ ਵੈਲਿਊਜ਼ ਦੇ ਵਿੱਚ ਵਾ ਇੱਕ ਆਪਾਂ ਨੂੰ ਇਸ ਤੋਂ ਘੱਟ ਵਾਲੀ ਮਿਲਦੀ ਪਈ ਲੋਅਰ ਸਾਈਡ ਤੇ 0.3 ਕਿੰਨਾ ਸੀ 0.3665 ਔਰ ਇੱਕ ਇਸ ਤੋਂ ਜ਼ਿਆਦਾ ਵਾਲੀ ਮਿਲਦੀ ਪਈ ਆਪਾਂ ਨੂੰ ਠੀਕ ਹੈ ਜੀ ਜ਼ਿਆਦਾ ਵਾਲੀ ਵੈਲਿਊ ਮਿਲਦੀ ਪਈ 0.3681 ਦੋ ਮਿਲੀਆਂ यस सर ਯਾਨੀ ਆਪਣੇ ਕੋਲ ਇਹ ਵੈਲਿਊਜ਼ ਜਿਹੜੀਆਂ ਨੇ ਦੋਨੋਂ ਜਿਹੜੀਆਂ ਆਪਾਂ Yes, sir. ਟੇਬਲ ਵਿੱਚ ਦੇਖੋ ਇੱਕ 30 ਮਿੰਟ ਦੇ ਨੀਚੇ ਆ ਇੱਕ 36 ਮਿੰਟ ਦੇ ਨੀਚੇ ਆ यस सर ठीक है 21st रो आ यानी आ 21st रो आ 21st रो ਦੇ ਵਿੱਚ ਇਸੇ ਬਿਨਾ ਚੱਲਦੇ ਹੋਏ ਇੱਕ ਤੇ ਤੁਹਾਡੇ ਕੋਲ ਆ ਗਿਆ 30 ਮਿੰਟ ਤੇ ਇੱਕ ਆ ਗਿਆ 36 ਮਿੰਟ 30 ਮਿੰਟ ਦੇ ਨੀਚੇ ਜਿਹੜੀ ਵੈਲਿਊ ਆ ਉਹ ਹੈਗੀ 0.36 ਕਿੰਨੀ ਸੀ ਜੀ 65. 0.3665 और ਜਿਹੜੀ ਇਹਦੇ ਅੱਗੇ ਮੈਨੂੰ ਐਸਐਚ 36 ਦੇ ਨੀਚੇ ਮਿਲੀ ਆ ਉਹ ਵੈਲਿਊ ਚੈੱਕ ਕਰੋ ਕਿੰਨੀ ਆ 3681 3681. ਆ ਦੋ ਆ ਗਈਆਂ ਨਾ ਹੁਣ ਗੱਲ ਸਮਝਿਓ ਧਿਆਨ ਨਾਲ ਜਦੋਂ ਸਮਝ ਗਿਆ ਬੇਟਾ ਜੇ ਪੁੱਤ ਟੇਬਲ ਸਾਈਨ ਦਾ ਹੋਏਗਾ ਜਾਂ ਟੇਬਲ ਟੈਨ ਦਾ ਹੋਏਗਾ ਹਮੇਸ਼ਾ ਜਿਹੜੀ ਵੈਲਿਊ ਤੁਸੀਂ ਦੇਖਣੀ ਆ ਜੇ ਐਗਜ਼ੈਕਟ ਉਹ ਵੈਲਿਊ ਟੇਬਲ 'ਚ ਨਹੀਂ ਮਿਲਦੀ ਬਈ ਤੇ ਹਮੇਸ਼ਾ ਜਿਹੜੀਆਂ ਦੋ ਵੈਲਿਊਜ਼ ਦੇ ਇਨ ਬਿਟਵੀਨ ਤੁਹਾਡੀ ਵੈਲਿਊ ਆਏਗੀ ਉਹ ਚੋਂ ਤੁਸੀਂ ਛੋਟੇ ਵਾਲੀ ਵੈਲਿਊ ਲੈਣੀ ਠੀਕ ਹੈ ਕਾਲੀ ਲਾਈਨ ਬੋਲੀ ਮੈਂ ਜਦੋਂ ਸਾਈਨ ਤੇ ਜਦੋਂ ਟੈਨ ਦਾ ਟੇਬਲ ਦੇਖਾਂਗੇ ਨਾ ਇੱਕ ਲਾਈਨ ਉਹਦੇ ਅੰਦਰ ਚੱਲੇਗੀ mean difference to be added up mean difference to be added up ਜਦੋਂ cos ਦਾ ਟੇਬਲ ਹੋਏਗਾ ਇਹਦੇ ਇੱਕ ਲਾਈਨ ਬਦਲ ਜਾਣੀ cos ਦੇ ਟੇਬਲ ਜਿਵੇਂ ਕਹਿੰਦੇ mean difference to be subtracted यानी आ mean difference ਦੇ ਨੀਚੇ ਲਿਖੀਆਂ ਵੈਲਿਊਜ਼ ਇਸ ਮੇਨ ਵੈਲਿਊ ਚ ਐਡ ਕਰਾਂਗਾ ਜੇ sin ਜਾਂ ਮੇਰੇ ਕੋਲ tan ਦਾ ਟੇਬਲ ਹੋਇਆ ਜੇ ਮੇਰੇ ਕੋਲ cos ਦੇ ਟੇਬਲ ਚ ਮੈਂ ਵੈਲਿਊ ਦੇਖਦਾ ਹੋਇਆ ਫਿਰ mean difference ਵਾਲੇ ਟੇਬਲ ਵਾਲੇ ਨੰਬਰ ਨੂੰ मैं इस वैल्यू ਦੇ ਵਿੱਚੋਂ ਸਬਟ੍ਰੈਕਟ ਕਰਨਾ ਹੁੰਦਾ क्या ਇਹ ਗੱਲ ਸਮਝ ਲੱਗੀ Yes, sir. Yes, sir. ਹੁਣ ਆਪਾਂ ਟੇਬਲ ਦੇਖਦੇ ਪਏ ਸਾਈਨ ਦਾ ਤੇ ਸਾਈਨ ਦੇ ਟੇਬਲ ਵਿੱਚ ਕੀ ਕਰੀਏ ਆ ਪੰਜ ਵੈਲਿਊਜ਼ ਦੇਖੋ ਜ਼ਰਾ ਕਿਹੜੀਆਂ ਕਿਹੜੀਆਂ ਇੱਥੇ ਲਿਖੀਆਂ ਹੋਈਆਂ ਚੈੱਕ ਕਰੋ ਇਸੇ ਰੋ 'ਚ 21st ਵਾਲੀ ਰੋ ਦੇ ਵਿੱਚ ਆਪਣੇ ਕੋਲ ਇੱਥੇ ਵੈਲਿਊਜ਼ ਕਿਹੜੀਆਂ ਕਿਹੜੀਆਂ 358 11 4 58114. 8 11 ਤੇ 14 इतना क्लियर करा कंटिन्यू Yes, sir. Yes, sir. ਤੁਸੀਂ ਜਦੋਂ ਟੇਬਲ ਚੋਂ ਦੇਖਿਆ ਐਗਜ਼ੈਕਟ ਵੈਲਿਊ ਨਹੀਂ ਮਿਲੀ ਤੁਸੀਂ ਪਤਾ ਕਿਹੜੀ ਲੈਣੀ ਤੁਸੀਂ ਜਿਹੜੀ ਸਮਾਲਰ ਵੈਲਿਊ ਆ ਲੈ ਲੈਣੀ ਇਹਦਾ ਮਤਲਬ ਤੁਹਾਡੇ ਕੋਲ ਆ ਵੈਲਿਊ ਲੈਣ ਵੇਲੇ ਐਂਗਲ ਦੀ ਵੈਲਿਊ ਕਿੰਨੀ ਬਣ ਗਈ sin 21 ਡਿਗਰੀ और आ मेरा नंबर लिखा 30 मिनट के नीचे 21 डिग्री ते 30 मिनट इतना एंगल 3665 वैल्यू दिंदा है जेडी वैल्यू ਆਪਾਂ ਦੇਖਣੀ ਆ ਤੇ ਜਿਹੜੀ ਮੈਨੂੰ ਮਿਲੀ ਆ ਹੁਣ ਇਹਨਾਂ ਦੋਨਾਂ ਨੂੰ ਤੁਸੀਂ ਕੰਪੇਅਰ ਕਰ ਲੈਣਾ ਕਿੰਨੇ ਦਾ ਡਿਫਰੈਂਸ 65 ਤੇ 78 ਇਹਨਾਂ ਦੋਨਾਂ ਚ ਡਿਫਰੈਂਸ ਕਿੰਨਾ ਹੋ ਗਿਆ 13 ਦਾ ਹੋ ਗਿਆ Yes, sir. ਠੀਕ ਹੈ ਜੀ 13 ਦਾ ਡਿਫਰੈਂਸ ਹੈ क्या ਇੱਥੇ ਐਗਜ਼ੈਕਟ 13 ਹੈਗਾ No, sir. No, sir. ਉਹ ਗੱਲ ਸਮਝੇ ਧਿਆਨ ਨਾਲ ਜਦੋਂ ਐਗਜ਼ੈਕਟ ਜਿਹੜਾ ਨੰਬਰ ਚਾਹੀਦਾ ਨਹੀਂ ਹੈਗਾ ਤਾਂ ਤੁਸੀਂ ਜਿੰਨਾ ਉਹਦੇ ਨੀਅਰ ਬਾਈ ਕੋਈ ਵੈਲਿਊ ਹੋਏਗੀ ਉਹ ਪਿਕ ਕਰ ਲੈਣੀ
ਅਸੀਂ ਕੀ ਕਰਾਂਗੇ ਆ 14 ਜਿਹੜਾ ਹੋਏਗਾ 11 ਦੇ ਨਾਲੋਂ 14 ਜਿਹੜਾ ਵਾ ਉਹ ਐਸਾ ਇਹਦੇ ਜ਼ਿਆਦਾ ਕਲੋਜ਼ ਆ ਜਾਊ Yes, sir. ਠੀਕ ਹੈ ਤੇ ਤੁਸੀਂ 14 ਮਿੰਟ ਜਿਹੜੇ ਆ 14 ਵੈਲਿਊ ਜਿਹੜੀ ਆ ਉਹ ਇਸ ਦੇ ਵਿੱਚ ਪਲੱਸ ਕਰ ਦਿਓ ਤੇ ਜਿਵੇਂ ਇਹਦੇ ਵਿੱਚ ਐਸਾ 0.3665 ਦੇ ਅੰਦਰ 0.0014 ਐਡ ਕਰਨ ਲੱਗੇ ਵੀ ਧਿਆਨ ਰੱਖਿਓ ਇਹ ਨਹੀਂ ਕਿ 1 4 ਇੱਥੇ ਐਡ ਕਰ ਦਿਓ ਠੀਕ ਹੈ ਇਹ 0.0014 ਮੈਂ ਇਹ ਚ ਪਲੱਸ ਕਰ ਲਵਾਂ ਤੇ ਮੇਰੀ ਵੈਲਿਊ 3679 ਇਹਦੀ ਬਣ ਗਈ ਜੀ Yes, sir. Yes, sir. ਜਿਹੜੀ ਵੈਲਿਊ ਆਪਾਂ ਲੱਭਦੇ ਪਏ ਤੇ ਜਿਹੜੀ ਆਪਣੀ ਵੈਲਿਊ ਦੀ ਫਾਰਮੇਸ਼ਨ ਹੁੰਦੀ ਪਈ ਆਲਮੋਸਟ ਸੇਮ ਵੈਲਿਊ ਬਣਦੀਆਂ ਪਈਆਂ Yes, sir. Yes, sir. Yes, sir. क्या सारिਆਂ ਨੂੰ ਗੱਲ ਸਮਝ ਆ ਰਹੀ ਮੁੜ ਕੇ ਇਹ ਨਾ ਕਹੀਓ ਕਿ ਮੈਂ ਦੁਬਾਰਾ ਸਾਰਾ ਸ਼ੁਰੂ ਕਰੂੰ ਉਹ ਨਹੀਂ ਹੋਣਾ Sir, एक बार दोबारा बता दो। एक बार। ਦੇਖਦੇ ਆ ਠੀਕ ਆ ਜਿੱਦਾਂ ਮੈਂ ਲਾਈਨ ਬੋਲੀ ਕਿ ਦੁਬਾਰਾ ਵਾਲੀ ਨਾਲ ਹੀ ਹੋ ਗਿਆ ਸ਼ੁਰੂ ਪਹਿਲਾਂ ਕਿੱਥੇ ਪਹੁੰਚੇ ਆ Sir, हमारे यहाँ नेट बहुत अच्छा आता है। ਅੱਛਾ ਚੱਲ ਠੀਕ ਆ ਮੈਂ ਇਹ ਕਿਹਾ ਬੱਚੇ ਕਿ ਜਿਹੜੀ ਵੈਲਿਊ ਤੁਸੀਂ ਲੋਕੇਟ ਕਰਦੇ ਪਏ ਹੋ ਜੇ ਉਹ ਐਗਜ਼ੈਕਟ ਵੈਲਿਊ ਤੁਹਾਨੂੰ ਮੇਨ ਟੇਬਲ ਚੋਂ ਲੱਭ ਜਾਂਦੀ ਆ ਤੁਹਾਡਾ ਮੇਨ ਟੇਬਲ ਇਹ ਤਾਂ ਪੁੱਤ ਜਿੰਨੇ ਡਿਗਰੀ ਜਿੰਨੇ ਮਿੰਟ ਦੇ ਨੀਚੇ ਉਹ ਵੈਲਿਊ ਹੋਏਗੀ ਉਹ ਸਿੱਧੀ ਪਿਕ ਕਰ ਇਨ ਕੇਸ ਜਿਹੜੀ ਵੈਲਿਊ ਤੁਸੀਂ ਲੋਕੇਟ ਕਰਦੇ ਪਏ ਜੇ ਉਹ ਟੇਬਲ 'ਚ ਐਗਜ਼ੈਕਟ ਵੈਲਿਊ ਤੁਹਾਨੂੰ ਨਹੀਂ ਮਿਲ ਰਹੀ ਜਿੱਦਾਂ ਮੈਂ 0.3678 ਲੱਭਣਾ ਸੀ ਤੇ ਮੈਨੂੰ ਟੇਬਲ ਦੇ ਵਿੱਚ 21 ਰੋ ਦੇ ਵਿੱਚ ਜਾ ਕੇ 21 ਡਿਗਰੀ ਵਾਲੀ ਰੋ 'ਚ ਆ ਕੇ ਇਧਰੋਂ 30 ਮਿੰਟ ਦੇ ਨੀਚੇ ਮੈਨੂੰ ਵੈਲਿਊ ਮਿਲੀ 0.3665 36 ਮਿੰਟ ਦੇ ਨੀਚੇ ਵੈਲਿਊ ਮਿਲੀ 0.3681 ਜਿਹੜੀ ਵੈਲਿਊ ਮੈਂ ਟ੍ਰੇਸ ਕਰਦਾ ਪਿਆ ਉਹ 3678 ਆ ਤੇ ਇਹਦਾ ਮਤਲਬ ਬੇਟਾ ਮੇਰੀ ਆ ਵੈਲਿਊ ਇਹਨਾਂ ਦੋਨਾਂ ਵੈਲਿਊਜ਼ ਦੇ ਇਨ ਬਿਟਵੀਨ ਆ ਗਈ Yes, sir. Yes, sir. ਕਰਾਂ ਕੰਟੀਨਿਊ ਸਮੇਂ ਲੱਗਦਾ ਪਿਆ ਸਾਰਿਆਂ ਨੂੰ Yes, sir. Yes, sir. Yes, sir. ਜਿਹੜੀ ਵੈਲਿਊ ਤੁਹਾਡੀ ਹੁਣ ਨਿਕ ਲੈਣੀ ਹੈ ਤੁਸੀਂ ਨਾ ਜਦੋਂ ਵੀ ਸਾਈਨ ਦਾ ਤੇ ਟੈਨ ਦਾ ਟੇਬਲ ਲਵੋਗੇ ਹਮੇਸ਼ਾ ਤੁਸੀਂ ਵੈਲਿਊ ਜਿਹੜੀ ਆ ਠੀਕ ਹੈ ਉਹ ਛੋਟੀ ਪ੍ਰੈਫਰ ਕਰੋਗੇ ਵੱਡੇ ਵਾਲੀ ਨਹੀਂ ਲੈਣੀ ਕਿਉਂਕਿ ਮੀਨ ਡਿਫਰੈਂਸ ਵਾਲੇ ਨੰਬਰ ਨੇ ਹਜੇ ਐਡ ਹੋਣਾ ਜੇ ਮੈਂ ਵੈਲਿਊ ਪਹਿਲਾਂ ਹੀ ਵੱਡੀ ਲੈ ਲਈ ਤੇ ਉਹ ਚ ਮੀਨ ਡਿਫਰੈਂਸ ਵਾਲਾ ਨੰਬਰ ਮੈਂ ਪਲੱਸ ਕੀਤਾ ਤੇ ਮੇਰੀ ਇਸ ਵੈਲਿਊ ਤੋਂ ਤਾਂ ਵੈਲਿਊ ਬਹੁਤ ਵੱਧ ਜਾਏਗੀ ਕਲੀਅਰ ਹੈ ਗੱਲ Yes, sir. Sir, mean difference का क्या बताया आपने? ਉਤ ਮੀਨ ਡਿਫਰੈਂਸ ਦੇ ਨੀਚੇ ਜਿਹੜੇ ਨੰਬਰ ਲਿਖੇ ਹੋਏ ਆ ਇਸ ਨੰਬਰ ਨੂੰ ਤੁਸੀਂ ਇਹਦੇ ਵਿੱਚ ਜਿਹੜੀ ਸਮਾਲਰ ਵੈਲਿਊ ਹੋਏਗੀ ਉਹ ਚ ਐਡ ਕਰਨਾ ਠੀਕ ਹੈ ਜੀ ਜੇ ਹੁਣ ਇਸ ਵੇਲੇ ਮੈਂ 3678 ਲੈਣਾ ਤੇ ਮੈਂ ਇਹਦੇ ਵਿੱਚੋਂ 0.3665 ਵਾਲੀ ਵੈਲਿਊ ਲੈ ਲਾਂਗਾ ਤੇ ਇਹਦੇ ਵਿੱਚ ਐਸ ਸੱਚ ਇਹਦੇ ਵਿੱਚੋਂ ਜਿੰਨਾ ਇਸ ਦਾ ਤੇ ਇਸ ਦਾ ਡਿਫਰੈਂਸ ਹੈਗਾ ਜਿਹਦਾ ਇਹਨਾਂ ਦੋਨਾਂ ਦਾ ਡਿਫਰੈਂਸ ਜਿਹੜਾ 14 ਦਾ ਤੁਸੀਂ ਯਾਨੀ ਸੌਰੀ ਇਹਨਾਂ ਦੋਨਾਂ ਦਾ ਡਿਫਰੈਂਸ 13 ਦਾ ਤੇ ਤੁਸੀਂ ਇਤੋਂ 13 ਲੱਭਣਾ ਕਿ ਕਿੰਨੇ ਮਿੰਟ ਦੇ ਨੀਚੇ ਲਿਖਿਆ ਹੋਇਆ ਹੁਣ ਜੇ ਐਗਜ਼ੈਕਟ ਇਸ ਰੋ 'ਚ 13 ਨਹੀਂ ਆਇਆ ਤੇ ਜਿੰਨੀ ਕੁ ਉਹਦੇ ਨੀਅਰ ਬਾਈ ਵੈਲਿਊ ਕੋਈ ਹੋਏਗੀ ਉਹ ਵੈਲਿਊ ਪਿਕ ਕਰ ਸਾਡਾ 13 ਦੀ ਥਾਂ ਤੇ 11 ਥੋੜਾ ਗੈਪ ਹੋਏਗਾ 11 ਤੇ 13 ਦਾ ਗੈਪ 2 ਨੰਬਰਾਂ ਦਾ ਵਾ ਠੀਕ ਹੈ 13 ਤੇ 14 ਦਾ ਗੈਪ 1 ਨੰਬਰ ਦਾ ਇਸ ਲਈ ਅਸੀਂ 14 ਜਿਹੜਾ ਨੰਬਰ ਆ ਉਹ ਇਸ ਨੰਬਰ 'ਚ ਪਲੱਸ ਕਰ ਦੇਣਾ ਇਹ 'ਚ ਪਲੱਸ ਕਰ ਲਓ ਤੁਹਾਡਾ ਨੰਬਰ 0.3679 ਯਾਨੀ ਆਲਮੋਸਟ ਉਨਾ ਹੀ ਬਣਦਾ ਪਿਆ ਜਿਹੜੀ ਵੈਲਿਊ ਤੁਸੀਂ ਲੱਭਦੇ ਪਏ ਕਲੀਅਰ ਇੰਨੀ ਗੱਲ Yes, sir. Yes, sir. ਆਪਣੀ ਵੈਲਿਊ ਦੇ ਵਿੱਚ ਆ ਵੈਲਿਊ ਪਲੱਸ ਕਰ ਦਿਓ ਹੁਣ ਅਗਲੀ ਲਾਈਨ ਬੋਲ ਰਿਹਾ ਜਿੰਨੇ ਮਿੰਟ ਦੇ ਨੀਚੇ ਇਹ ਵੈਲਿਊ ਆ ਜਿੰਨੇ ਮਿੰਟ ਦੇ ਨੀਚੇ ਇਹ ਵੈਲਿਊ ਆ ਉਹ ਮਿੰਟ ਇਸ ਮਿੰਟ 'ਚ ਪਲੱਸ ਕਰ ਦਿਓ ਇਹਦਾ ਮਤਲਬ ਮਿੰਟ ਦੇ ਵਿੱਚ ਮਿੰਟ ਪਲੱਸ ਕਰਨੇ ਵੈਲਿਊ ਦੇ ਵਿੱਚ ਵੈਲਿਊ ਪਲੱਸ ਕਰਕੇ ਤੁਸੀਂ ਆਹ ਵੈਲਿਊ ਡਿਵੈਲਪ ਕਰਨੀ ਮੇਰੀ ਜਿਹੜੀ ਬਣ ਗਈ ਹੁਣ ਇਸ ਵੇਲੇ ਕੋਲ ਚੱਲਾਂ ਤੇ ਮੇਰੇ ਕੋਲ 0.3679 ਬਣਾਉਣ ਵਾਸਤੇ ਆ 14 ਵਾਲੀ ਵੈਲਿਊ 5 ਮਿੰਟ ਦੇ ਨੀਚੇ ਆਈ ਸੀ ਇਹਦਾ ਮਤਲਬ ਆ 30 ਮਿੰਟ ਦੇ ਵਿੱਚ 5 ਮਿੰਟ ਅਸੀਂ ਹੋਰ ਐਡ ਕਰ ਦਾਂਗੇ ਬੇਟਾ ਤੇ ਐਸ ਸੱਚ ਪੇ ਮੇਰਾ ਸਾਈਨ ਦਾ ਐਂਗਲ ਜਿਹੜਾ ਬਣ ਗਿਆ 21 ਡਿਗਰੀ 35 ਮਿੰਟ ਮੇਰੇ ਕੋਲ ਜਿਹੜੀ ਥੀਟਾ ਦਾ ਐਂਗਲ ਵੈਲਿਊ ਆ क्या अगर समझ आई Yes, sir. Yes, sir. ਜਦੋਂ sin थीटा ਦੀ ਇੰਨੀ ਵੈਲਿਊ ਹੋਏਗੀ ਤੇ ਅਸੀਂ ਇਹਨੂੰ ਲਿਖ ਸਕਦੇ ਹਾਂ that is equal to sin 21 ਡਿਗਰੀ 35 ਮਿੰਟ ਠੀਕ ਹੈ ਤੇ ਇਹਦਾ ਮਤਲਬ sin थीटा ਤੇ ਆ sin ਵੈਲਿਊ ਨੂੰ ਕੰਪੇਅਰ ਕਰ ਲਓ ਇਹਦਾ ਮਤਲਬ ਸਾਡਾ ਐਂਗਲ ਜਿਹੜਾ ਹੋਏਗਾ ਉਹ 21 ਡਿਗਰੀ 35 ਮਿੰਟ ਹੋਏਗਾ क्या अगर समझ आ गई Yes, sir. Yes, sir. Yes, sir.
बार नहीं करना, इको बारी रूल कराने ते दिमाग च तुसी रखोगे बेटा। क्या इन्नी गल समय लगी बच्चे? Yes. Yes, sir. Yes. Yes, sir. सर मेरे को वैल्यूज वाला नहीं समझ आया कि आपने साइन 2135 कैसे निकाला? ਅਨੁਪਮ ਮੈਂ ਆ ਦੱਸਿਆ ਕਾਕੇ ਕਿ ਵੀ 21 ਡਿਗਰੀ ਵਾਲੀ ਰੋ ਦੇ ਵਿੱਚ ਜਿਹੜੀ ਵੈਲਿਊ ਮੈਂ ਲੋਕੇਟ ਕਰਦਾ ਪਿਆ ਹਾਂ, ਮੈਨੂੰ ਵੈਲਿਊ 0.3678 ਚਾਹੀਦੀ ਹੈ। ਟੇਬਲ 'ਚ ਐਗਜ਼ੈਕਟ ਵੈਲਿਊ ਨਹੀਂ ਹੈਗੀ, ਟੇਬਲ 'ਚ ਦੀ ਥਾਂ ਤੇ ਵੈਲਿਊ ਮੇਰੀ 0.3665 ਆ ਤੇ 0.3681 ਆ। ਹੁਣ ਤੁਸੀਂ ਐਸਾ ਚ ਆਪਣੀ ਇਸ ਵੈਲਿਊ ਤੱਕ ਪਹੁੰਚਣ ਵਾਸਤੇ ਜਿਹੜਾ ਮੀਨ ਡਿਫਰੈਂਸ ਦੇ ਨੀਚੇ ਪੰਜ ਵੈਲਿਊਜ਼ ਦਿੱਤੀਆਂ, ਇਹਨਾਂ ਚੋਂ ਕਿਸੇ ਵੈਲਿਊ ਨੂੰ ਯੂਜ਼ ਕਰਨਾ ਤੇ ਐਸਾ ਚ 3665 ਦਾ ਤੇ 3678 ਦਾ ਡਿਫਰੈਂਸ ਜਿਹੜਾ 13 ਦਾ ਵਾ, ਇਹਨਾਂ ਇਹ ਤੋਂ 13 ਲੱਭੋ ਨੰਬਰ ਕਿੱਥੇ ਲਿਖਿਆ ਹੋਇਆ। ਜੇ 13 ਪੂਰਾ ਨਹੀਂ ਹੈਗਾ ਤੇ ਉਹਦੇ ਨੀਅਰ ਬਾਈ ਵੈਲਿਊ ਲੱਭਣੀ ਹੈ ਤੇ ਨੀਅਰ ਬਾਈ ਵੈਲਿਊ 14 ਆ। 14 ਇਹਦੇ ਵਿੱਚ ਪਲੱਸ ਕਰਕੇ ਮੈਂ ਦੇਖਿਆ ਉਹ ਵੈਲਿਊ ਬਣ ਗਈ 0.367 ਆਈ। ਤੁਸੀਂ ਲੱਭਦੇ ਪਏ ਸੀ 0.3678, ਫਾਈਂਡ ਆਊਟ ਹੁੰਦੀ ਪਈ 0.367 ਚੌਥੇ ਪਲੇਸ ਤੇ ਡੈਸੀਮਲ ਦਾ ਡਿਫਰੈਂਸ ਆ, ਉਹ ਕੋਈ ਡਿਫਰੈਂਸ ਨਹੀਂ ਗਿਣਿਆ ਜਾਏਗਾ। ਇਹਦਾ ਮਤਲਬ ਇਹ ਹੋ ਗਿਆ ਆ 14 ਜਿਹੜੀ ਵੈਲਿਊ ਆਈ ਆ 5 ਮਿੰਟ ਦੇ ਨੀਚੇ ਆਈ ਹੈ। ਇਹ 5 ਮਿੰਟ ਤੇ ਇਧਰੋਂ ਜਿਹੜੇ 30 ਮਿੰਟ ਆ ਇਹਨਾਂ ਨੂੰ ਪਲੱਸ ਕਰ ਲਾਂਗਾ ਤੇ ਮੇਰਾ ਟੋਟਲ ਐਂਗਲ ਜਿਹੜਾ ਪਹਿਲੋਂ ਸੀਗਾ ਉਹ ਬਣਿਆ ਸੀ 21 ਡਿਗਰੀ 30 ਮਿੰਟ। 5 ਮਿੰਟ ਪਲੱਸ ਕਰके टोटल एंगल बन गया 21 डिग्री 35 मिनट। क्या इतना क्लियर है? यस सर, थैंक यू सर। यस सर। Excuse me, sir. हाँ जी बोलो जी। Sir, degrees जैसे जो रो दी हुई है 0 डिग्री 6 मिनट, सॉरी सर 0 मिनट 6 मिनट, सर उनके नीचे लिखा है जो सर वो क्लियर नहीं, वो बताना क्या लिखा है सर? पता ही लिखा इथे उन्हें लिखता 0.0 डिग्री, इथे लिखता 0.1 डिग्री, 0.2 डिग्री, उन्होंने डिग्री ਦੇ ਵਿੱਚ ਲਿਖਿਆ ਹੋਇਆ। ਐਂਗਲ ਤੁਸੀਂ ਪੁਆਇੰਟਾਂ 'ਚ ਡਿਗਰੀ ਦੱਸ ਦਿਓ ਜਾਂ ਅਸੀਂ ਉਹਨੂੰ ਮਿੰਟ ਦੇ ਵਿੱਚ ਸਪੈਸੀਫਾਈ ਕਰ ਦਈਏ, ਬੋਥ ਆਰ ਦਾ ਸੇਮ ਆ। ओके सर। ਹੁਣ ਇੱਕ ਵੈਲਿਊ ਦੇ ਰਿਹਾ ਟੇਬਲ 'ਚ ਤੁਸੀਂ ਲੱਭੋ, ਠੀਕ ਹੈ ਜੀ, ਕਿੰਨੇ ਡਿਗਰੀ ਕਿੰਨੇ ਮਿੰਟ ਦਾ ਐਂਗਲ ਬਣਦਾ। ਫਾਈਂਡ ਆਊਟ ਕਰੋ sin ਥੀਟਾ ਦੀ ਵੈਲਿਊ 0.4582 ਆ। ਲੱਭੋ ਕਿੰਨੇ ਡਿਗਰੀ ਕਿੰਨੇ ਮਿੰਟ ਦਾ ਐਂਗਲ ਆ, ਜਲਦੀ। कितने डिग्री कितने मिनट का एंगल बनेगा 0.4582 वास्ते? Sir, 27 degree. किला 27 डिग्री आ। नहीं सर, आगे बस कर रहा हूँ। हाँ जी, केड़ियां दो नियर बाय वैल्यू मिलियां? सब तो पहले वैल्यूज बोलो। 4571 4586 4571 86 आपा केड़ी लानी दोना चो? 4571 571 सब तो पहले देखो 4571 कितने डिग्री कितने मिनट के नीचे है? 27 डिग्री 12 मिनट। 27 डिग्री 12 मिनट के नीचे है। क्लियर है ना सारे नु? yes sir यस सर। उस तो बाद हुन जेडी वैल्यू देखनी है Difference. तो मिली है, दोनों का डिफरेंस कितना हो गया? 11 sir 11 हुन इसे रो दे विच जिथे 27 वाली रो चलदी पई आ, इसे रो दियां आ पांच वैल्यूज बोलो की है? Sir, 3, 5, 8, 11, 13. 5 8 10 ਤੇ 13 ठीक है जी। yes sir अपना डिफरेंस कितने दा वा? आपा 82 लभना 71 11 11 का difference 11 सर। और 10 11 ले लेंगे। इन आ दो वैल्यूज आ ज्यादा क्लोज केडी है? 10 10 10 sir. कितने नीचे आ? 4 4 4 ते मैं जे मैं 10 प्लस कर ला ते ऑलमोस्ट आ मेरी वैल्यू बन जू। yes sir हाँ जी सर। यस सर।
ਤੇ ਜਿਹੜੇ 4 ਮਿੰਟ ਨੇ ਉਹ 4 ਮਿੰਟ ਚ ਪਲੱਸ ਕਰ ਦੋ, ਇਹਦਾ ਮਤਲਬ ਤੁਹਾਡਾ ਐਂਗਲ ਆ ਗਿਆ 27 ਡਿਗਰੀ 60। क्या सारे समझ आई? Yes, sir. Yes, sir. कोई एक सिंगल भी हैगा जिन्हों आ चीज समझन च डाउट हैगी तो बोलो सर नहीं समझ आई सर। हाँ जी बोलो सर समझा दो एक बारी फिर। की नहीं समझ लग्या बोल मैनू। सर जेड़ा तुसी कीता वा जेड़ा आंसर आ गया 27 डिग्री 16 मेरा आ समझ लग्या 27 डिग्री 12 मिनट कितना पढ़िया आपा? नहीं सर। गुरकीरत यस सर। उस तो बाद जदों 12 मिनट तक वैल्यू आई आ वो आई 0.4571। ठीक है जी, आपा कितनी वैल्यू दे एंगल देखना सी? गुरकीरत तू जवाब देगा उन्हें। अपने को वैल्यू आई आ 4571 दी, आपा लभदे किन्ने दी पई आ वैल्यू? कोई हैगा मां? गुरकीरत गुरकीरत आवाज आ रही मेरी? बाकियों को आवाज आ रही? Yes, sir. Yes, sir. ਉਹ ਤੇ ਜਿਹੜੀ ਵੈਲਿਊ ਤੁਹਾਨੂੰ ਟੇਬਲ 'ਚ ਮਿਲੀ ਆ 27 ਡਿਗਰੀ 12 ਮਿੰਟ ਵਾਸਤੇ, ਠੀਕ ਹੈ ਨਾ, ਇਹਦੇ ਕੋਰਸਪੋਂਡਿੰਗ ਆਪਣੇ ਕੋਲ ਆ 4571 ਅਸੀਂ ਲੱਭਣਾ ਸੀ 4582। 71 ਤੇ 82 ਦਾ ਡਿਫਰੈਂਸ ਜਿਹੜਾ ਉਹ 11 ਆ। ਇਹਦਾ ਮਤਲਬ ਆ ਪੰਜ ਵੈਲਿਊਜ਼ ਦੇ ਵਿੱਚ ਅਸੀਂ ਦੇਖਣਾ 11 ਕਿੰਨੇ ਦੇ ਥੱਲੇ ਲਿਖਿਆ ਹੋਇਆ। 11 ਪੂਰਾ ਕਿਸੇ ਨੰਬਰ ਦੇ ਥੱਲੇ ਨਹੀਂ, 11 ਦੇ ਕਲੋਜ਼ ਵੈਲਿਊ 10 ਲਿਖੀ ਹੋਈ ਆ। 10 ਵੈਲਿਊ 4 ਮਿੰਟ ਦੇ ਨੀਚੇ ਲਿਖੀ ਆ। ਠੀਕ ਹੈ, ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੈਂ ਇਹ ਚ 10 ਪਲੱਸ ਕਰ ਲਵਾਂ ਤੇ ਮੇਰੀ ਵੈਲਿਊ 4581 ਬਣ ਜਾਣੀ। ਸਮਝ ਲੱਗਦੀ ਪਈ ਗੁਰਕੀਰਤ? यस सर। सर वो डिस्कनेक्ट हो गई थी। चलो कोई नहीं, एमल 4581 ਤੇ 4582 ਆਲਮੋਸਟ ਸੇਮ ਆ ਬੇਟਾ। ਠੀਕ ਹੈ, ਹੁਣ ਜਿਹੜੇ ਇਹਦਾ ਮਤਲਬ ਹੈ ਮੈਂ ਇਹ ਚ 10 ਆ ਪਲੱਸ ਕਰ ਦੇ, ਇਹ ਚ ਆ 10 ਪਲੱਸ ਕਰ ਦੇ ਤੇ ਜਿੰਨੇ ਮਿੰਟ ਦੇ ਨੀਚੇ ਇਹ ਵੈਲਿਊ ਆ 4 ਮਿੰਟ ਹੈ ਨਾ, 4 ਮਿੰਟ ਤੁਸੀਂ ਇਸ 27 ਡਿਗਰੀ 12 ਮਿੰਟ ਚ ਪਲੱਸ ਕਰ ਦੇ ਤੇ 12 ਮਿੰਟ ਚ 4 ਮਿੰਟ ਪਲੱਸ ਕਰ ਲਵਾਂ ਤੇ ਮੇਰਾ ਐਂਗਲ 27 ਡਿਗਰੀ 16 ਮਿੰਟ ਦਾ ਬਣ ਜੂ। यस सर। Yes, sir. क्या साइन दा टेबल या tan दा टेबल आ जाए, क्या उचो एंगल लोकेट करना पवे, वो समय लग गया सारे को? Yes, sir. यस सर। सर Yes, इसके sir. भी क्वेश्चंस डाल देना थोड़े। नहीं बात सुनो, ओके सर। इधर ही टेबल मेरे को cos दा होवे, ठीक है, ये यही सेम टेबल मान लो थोड़ा cos दा हैगा। cos दे टेबल च एक चीज पहले समझ लियो, cos 0 डिग्री दी वैल्यू कितनी होती? 1 1, cos 90 दी वैल्यू कितनी? 0 0, Defined. sin ਤੇ tan ਨਾਲੋਂ ਪੁੱਠਾ ਚੱਲ ਪਿਆ। sin ਦੇ Yes, sir. ਤੁਸੀਂ ਟੇਬਲ ਪੜ ਰਹੇ ਸੀ, ਪਹਿਲਾਂ ਛੋਟੀ ਵੈਲਿਊ ਲਿਖੀ ਆਂਦੀ ਫਿਰ ਵੱਡੀ ਆਂਦੀ ਆ। ਜਦੋਂ cos ਦਾ ਟੇਬਲ ਹੋਏਗਾ ਇਹ ਮਤ ਪਹਿਲਾਂ ਵੱਡੀ ਲਿਖੀ ਹੋਣੀ ਬਾਅਦ ਚ ਛੋਟੀ ਲਿਖੀ ਹੋ। ਕਿੰਨੀ ਗੱਲ ਸਮਝ ਲੱਗੀ? Yes, sir. ਇਹਦਾ ਮਤਲਬ ਜਿਵੇਂ ਆਹੀ ਵੈਲਿਊਜ਼ ਨੂੰ ਲਵਾਂ cos ਦੇ ਟੇਬਲ ਦੇ ਅੰਦਰ ਹੈ ਨਾ, ਤੇ cos ਦੇ ਟੇਬਲ 'ਚ ਇੱਥੇ ਇਦਾਂ ਲਿਖਿਆ ਹੋਊਗਾ 0.3681 ਤੇ ਅੱਗੇ ਹੋਊਗਾ 0.3678, ਯਾਨੀ ਇੱਥੇ ਵੈਲਿਊ ਡਿਕਰੀਜ਼ਿੰਗ ਚੱਲਣੀਆਂ ਹੁਣ। ਕਿੰਨੀ ਗੱਲ ਸਮਝ ਆਈ? Yes, sir. Yes sir। ਹੁਣ ਡਿਕਰੀਜ਼ਿੰਗ ਆਰਡਰ 'ਚ ਚੱਲਣਾ। ਗੱਲ ਸਮਝਿਓ ਧਿਆਨ ਨਾਲ। ਮੰਨ ਲਓ ਤੁਸੀਂ ਜਿਹੜੀ ਵੈਲਿਊ ਲੋਕੇਟ ਕਰਨੀ ਆ, ਠੀਕ ਹੈ, ਆਪਾਂ ਸਾਈਨ ਇਸੇ ਟੇਬਲ ਨਾਲ ਗੱਲ ਖਤਮ ਕਰਾਂਗੇ। ਠੀਕ ਹੈ, ਮੰਨ ਲਓ ਤੁਹਾਡੇ ਕੋਲ cos ਥੀਟਾ ਦੀ ਵੈਲਿਊ ਆਈ ਆ 0.3682, ठीक है, सॉरी 0.36 कहता जी 80 आ मेरे को वैल्यू आई है। ਇਹਨੂੰ ਮੈਂ ਟੇਬਲ 'ਚ ਲੱਭਣਾ ਸੀ ਇਸ ਵੈਲਿਊ ਨੂੰ। ਹੁਣ ਟੇਬਲ ਦੇ ਹਿਸਾਬ ਨਾਲ ਸੋਚਾਂ ਤੇ 21 ਡਿਗਰੀ, ਠੀਕ ਹੈ, ਤੇ 30 ਮਿੰਟ, ਠੀਕ ਹੈ, ਇਹ ਮੈਂ ਐਕਚੁਅਲ ਟੇਬਲ ਦੀ ਵੈਲਿਊ ਨਹੀਂ ਲੈ ਰਿਹਾ, ਸਿਰਫ ਸਮਝਾਉਣ ਲਈ ਵੈਲਿਊ ਲੈ ਰਿਹਾ। ਇਧਰੋਂ 21 ਡਿਗਰੀ 30 ਮਿੰਟ ਤੇ 21 ਡਿਗਰੀ 36 ਮਿੰਟ, ਇਹਦੇ ਇਹਨਾਂ ਵੱਡੇ ਆ ਮੇਰੀ ਵੈਲਿਊ ਆਈ ਨਾ। yes sir yes sir ਜਦੋਂ ਟੇਬਲ cos ਦਾ ਹੋਇਆ, ਜਦੋਂ ਟੇਬਲ cos ਦਾ ਹੋਣਾ ਬੇਟਾ, ਹਮੇਸ਼ਾ ਮੀਨ ਡਿਫਰੈਂਸ ਵਾਲੇ ਨੰਬਰ ਜਿਹੜੇ ਨੇ ਉਹ ਸਬਟ੍ਰੈਕਟ ਹੋਣੇ। ਇਹਦਾ ਮਤਲਬ ਆ ਜਿਵੇਂ ਇਹਨਾਂ ਨੰਬਰਾਂ ਦੇ ਵਿੱਚੋਂ ਇਹਨੂੰ ਮਾਈਨਸ ਕਰਕੇ ਆਪਣੀ ਵੈਲਿਊ ਬਣਾਣੀ ਆ ਤੇ ਮੈਨੂੰ ਵੈਲਿਊ ਛੋਟੀ ਲੱਭਣੀ ਪਊਗੀ ਵੱਡੀ? Sir, बड़ी success कर रहा हूँ। बड़ी लार्ज। ਇਸ ਲਈ ਜਦੋਂ cos ਦਾ ਟੇਬਲ ਦੇਖਾਂਗੇ ਤੇ ਤੁਸੀਂ ਵੈਲਿਊ ਆ ਵਾਲੀ ਕਹਿੰਦਾ ਜੀ ਐਸਐਚ ਪਿਕ ਕਰ ਲਓ।
ਇਹਦਾ ਮਤਲਬ ਮੇਰੇ ਕੋਲ ਐਂਗਲ ਦੇ ਹਿਸਾਬ ਨਾਲ ਚੱਲਾਂ ਤੇ ਇੱਥੇ ਵੈਲਿਊ ਬਣ ਗਈ cos 21 ਡਿਗਰੀ cos 21 ਡਿਗਰੀ और इधरों मिनट ਦੇ ਨੀਚੇ ਆ ਕੇ 30 ਮਿੰਟ ਠੀਕ ਹੈ। ਹੁਣ ਜਿਹੜਾ ਡਿਫਰੈਂਸ ਆ ਜਿਹੜੀ ਵੈਲਿਊ ਆਪਾਂ ਲਿੱਤੀ ਹੈ ਤੇ ਜਿਹੜੀ ਆਪਾਂ ਲੱਭਣੀ ਆ ਉਹਨਾਂ ਚ ਡਿਫਰੈਂਸ ਕਿੰਨੇ ਦਾ 1 ਹੁਣ 1 ਦੇ ਕੋਰਸਪੋਂਡਿੰਗ ਕਿਤੇ ਆਪਾਂ ਕੁਝ ਵੀ ਡਿਫਾਈਨ ਕਰ ਦਿੰਦੇ ਮੰਨ ਲਓ ਇੱਕ ਨੰਬਰ 1 ਆ ਇੱਕ 3 ਆ ਇੱਕ 4 ਆ ਇੱਕ 6 ਆ ਜੋ ਮਰਜ਼ੀ ਲੈ ਲਓ ਆ ਨੰਬਰ ਸਹੀ ਹੈ ਠੀਕ ਹੈ। ਹੁਣ ਇਹਦਾ ਮਤਲਬ 3 6 8 ਬਣ ਜੋ ਆ 1 ਮੈਂ ਕੀ ਕਰਾਣਾ ਜੀ Yes, sir. minus Minus. ਮਾਈਨਸ ਕਰਾ ਲਿਆ ਮੇਰੀ ਸੁਣ ਲਓ ਬੇਟਾ ਸੁਣ ਲਓ ਮੇਲੋ ਗੱਲ ਇਹਦਾ ਮਤਲਬ ਆ 1 ਇਹਦੇ ਵਿੱਚੋਂ ਵੈਲਿਊ ਮਾਈਨਸ ਕਰਨੀ ਠੀਕ ਹੈ। ਇਹ ਮਾਈਨਸ ਕਰਕੇ ਵੈਲਿਊ 3680 ਪੂਰੀ ਆ ਜਾਣੀ ਠੀਕ ਹੈ। ਜਿੰਨੇ ਮਿੰਟ ਦੇ ਨੀਚੇ ਇਹ ਵੈਲਿਊ ਆ ਇਹ ਮਿੰਟ ਚੋਂ ਮਾਈਨਸ ਨਹੀਂ ਹੋਣੇ ਮਿੰਟ ਚੋਂ ਮਾਈਨਸ ਨਹੀਂ ਹੋਣੇ ਟੇਬਲ ਸਾਈਨ ਦਾ ਹੋਵੇ cos ਦਾ ਹੋਵੇ tan ਦਾ ਹੋਵੇ ਮਿੰਟ ਚ ਪਲੱਸ ਹੀ ਹੋਣੇ ਮਿੰਟ ਚ ਪਲੱਸ ਹੀ ਹੋਣੇ ਉਹ ਮਾਈਨਸ ਨਹੀਂ ਹੋਣੇ ਵੈਲਿਊ ਦੇ ਵਿੱਚੋਂ ਮਾਈਨਸ ਹੋਣੀ ਆ ਕਿ ਪਲੱਸ ਹੋਣੀ ਆ ਉਹ ਡਿਪੈਂਡ ਕਰੇਗਾ ਕਿ ਟੇਬਲ ਸਾਈਨ ਜਾਂ tan ਦਾ ਵਾ ਜਾਂ cos ਦਾ ਇਹਨੀ ਗੱਲ ਸਮਝ ਲੱਗੀ ਪਹਿਲਾਂ Yes, sir. ਆ 1 ਜਿਹੜਾ ਵਾ 1 ਮਿੰਟ ਦੇ ਨੀਚੇ ਆ ਤੇ ਇਹ 1 ਮਿੰਟ 30 ਮਿੰਟ ਦੇ ਵਿੱਚ ਪਲੱਸ ਹੋ ਜਾਣੇ ਇਹਦੇ ਨਾਲ ਮੇਰੇ ਕੋਲ ਜਿਹੜਾ ਐਂਗਲ ਬਣਿਆ ਉਹ ਆ ਗਿਆ ਜੀ cos 21 ਡਿਗਰੀ 31 ਮਿੰਟ ਕੀ ਆ ਗੱਲ ਸਮਝ ਆਈ yes, yes sir Yes, sir. Yes, sir. yes cos ਦੇ ਟੇਬਲ ਦੇ ਵਿੱਚ ਇੱਕੋ ਹੀ ਫਰਕ ਆ cos ਦੇ ਟੇਬਲ ਦੇ ਅੰਦਰ ਕਿ ਜਿਹੜੀ ਵੈਲਿਊ ਤੁਸੀਂ ਲੋਕੇਟ ਕਰਨੀ ਆ ਅਸੀਂ ਉਸ ਤੋਂ ਵੱਡੀ ਵੈਲਿਊ ਦੇਖ ਲੈਣੀ ਆ ਵੱਡੀ ਵੈਲਿਊ ਦੇਖ ਕੇ ਉਹਦੇ ਨੀਅਰ ਬਾਈ ਜਿਹੜਾ ਮੀਨ ਡਿਫਰੈਂਸ ਦੇ ਵਿੱਚ ਨੰਬਰ ਹੋਏਗਾ ਉਹਨੂੰ ਇਸ ਵੈਲਿਊ ਚੋਂ ਮਾਈਨਸ ਕਰਨਾ ਪਰ ਜਿੰਨੇ ਮਿੰਟ ਦੇ ਉਹ ਨੀਚੇ ਵੈਲਿਊ ਆ ਉਹ ਮਿੰਟ ਐਸ ਸੱਚ ਇਹਨਾਂ ਮਿੰਟ ਦੇ ਵਿੱਚ ਪਲੱਸ ਹੀ ਕਰਨੇ ਆ ਉਹ ਮਾਈਨਸ ਨਹੀਂ ਕਰਨੇ ਵੈਲਿਊ ਮਾਈਨਸ ਕਰਾਂਗੇ cos ਦੇ ਟੇਬਲ 'ਚ ਮਿੰਟ ਪਲੱਸ ਹੀ ਕਰਾਂਗੇ ਸਾਈਨ ਜਾਂ tan ਦਾ ਟੇਬਲ ਹੋਇਆ ਠੀਕ ਹੈ ਵੈਲਿਊ ਵੀ ਮਾਈਨਸ ਹੁੰਦੀ ਵੈਲਿਊ ਪਲੱਸ ਹੁੰਦੀ ਮਿੰਟ ਵੀ ਪਲੱਸ ਹੀ ਹੁੰਦੇ क्या sin cos tan ਇਹਨਾਂ ਤਿੰਨਾਂ ਚੋਂ ਕੋਈ ਟੇਬਲ ਵੀ ਆ ਜੇ ਕੋਈ ਵੈਲਿਊ ਆਪਾਂ ਲੋਕੇਟ ਕਰਨੀ ਹੋਵੇ ਕੀ ਹੋ ਜਾਏਗਾ Yes, sir. excuse me sir Yes, sir. ਅਨੁਪਮ ਬੋਲ ਹੁਣ ਕੀ ਕਹਿਣਾ ਫਿਰ ਸਰ ਮੇਰਾ ਇੱਕ ਡਾਊਟ ਸੀਗਾ ਸਰ ਜੇ ਆਪਾਂ ਜਿਹੜਾ ਮਿੰਟ ਆ ਉਹ ਪਲੱਸ ਕਰ ਦਾਂਗੇ ਉਹਦੇ ਵਿੱਚ cos ਦੇ ਕੇਸ ਵਿੱਚ ਤਾਂ ਫਿਰ ਸਾਡੀ ਵੈਲਿਊ ਵੱਡੀ ਨਹੀਂ ਆ ਜੂਗੀ ਸਰ ਜਿੱਦਾਂ ਹੁਣ ਆਪਾਂ ਉੱਥੇ ਵੀ ਅਗਲੀ ਵਾਲੀ ਲੈ ਰਹੇ ਹਾਂ ਮਿੰਟ ਚ ਪਲੱਸ ਹੀ ਹੁੰਦੇ ਆ ਮਿੰਟ ਨਹੀਂ ਮਾਈਨਸ ਹੁੰਦੇ ਓਕੇ ਸਰ अनुपम बोलेगा की डाउट तेरा होने सर मैंने नहीं पूछा सर हाँ मैंने नहीं पूछा था सर कोई नलायक तेरा हो गया मैंने डाउट पूछा सर मैं सिखाओ चल तू हो गया सी उसको पहलो शायद ਇਹਨੇ ਗਿਆ ਸੀ ਅੱਛਾ ਚਲੋ ਜੇ ਨਹੀਂ ਕਿਆ ਆ ਤੁਹਾਡੇ ਕੋਲ sin cos tan ਦਾ ਟੇਬਲ ਦੇਖਣਾ ਪੈ ਜੇ ਆਪਾਂ ਨੂੰ ਕਿਸੇ ਐਂਗਲ ਵਾਸਤੇ ਕਿਆ ਇਹਨਾਂ ਕਲੀਅਰ ਹੈ ਬੱਚੇ ਹੁਣ yes sir करिए कंटिन्यू yes sir यस सर 1c ਦੇ numerical ਦੀ ਸ਼ੀਟ ਖੋਲ ਲਓ ਉਹ ਕੰਟੀਨਿਊ ਕਰੀਏ 1c ਤੁਹਾਡੇ ਕੋਲ ਮੇਜ਼ਰਮੈਂਟ ਆਫ ਮਾਸ ਲੈਂਥ ਵਾਲਾ ਸੀ ਬੇਟਾ ਠੀਕ ਹੈ ਉਹਦੀ ਸ਼ੀਟ excuse me sir ਨਾਮ ਚ ਸਰ ਜੀ ਤੁਸੀਂ ਟੈਸਟ ਭੇਜਿਆ ਜਿਨ੍ਹਾਂ ਦੇ ਨਾਮ ਨਹੀਂ ਲਿਖੇ ਹੋਏ ਉਹਨਾਂ ਨੇ ਆਪਣਾ ਨਾਮ ਲਿਖ ਕੇ ਫਿਰ ਤੋਂ ਰੀਸੈਂਡ ਕਰਨੇ ਗਰੁੱਪ 'ਚ ਟੈਸਟ ਕਰਨੇ ਆ ਜੀ ਕਰਨੇ ਆ ਮੈਂ ਆਪਣੇ ਕੋਲ ਨੰਬਰ ਨੋਟ ਕਰਨੇ ਹੁੰਦੇ ਲਿਸਟ ਬਣਾਣੀ ਆ ਮੈਂ ਓਕੇ ਸਰ ਚਲੋ ਖੋਲੋ ਸ਼ੀਟ ਇੱਕ ਮਿੰਟ ਲੱਭ ਲੈ ਦਿਓ ਮਿਲ ਗਈ ਹਾਂਜੀ ਆਪਣੇ ਕੋਲ ਕੱਲ ਆਪਾਂ ਕੀਤੇ ਸੀਗੇ 1b ਦੇ 1c ਦੇ ਨੂਮੈਰੀਕਲ ਕਰਾ ਰਹੇ ਆ ਬੇਟਾ ਸਮਝ ਲਿਓ ਪੇਪਰ ਦੇ ਪੁਆਇੰਟ ਬਿਨਾ ਇੰਪੋਰਟੈਂਟ ਹੋਣਗੇ ਵਾਲੇ ਠੀਕ ਹੈ ਆਪਾਂ ਮੈਥਡ ਕੀਤਾ ਸੀ ਪੈਰਾਲੈਕਸ ਮੈਥਡ ਠੀਕ ਹੈ ਤੇ ਉਹਦੀ ਲੋਡ ਹੋਏਗੀ ਇਹਨੂੰ ਨੂਮੈਰੀਕਲ ਨੂੰ ਕਰਨ ਲੱਗੇ ਸਮਝਿਓ ਗੱਲ ਨੂੰ ਜਿੱਦਾਂ ਦੱਸਾਂਗਾ ਫਸਟ ਨੂਮੈਰੀਕਲ ਦੀ ਸਟੇਟਮੈਂਟ ਧਿਆਨ ਨਾਲ ਸਮਝ ਲਿਓ ਉਹਨੇ ਕੁਐਸਚਨ ਜੇ ਕਿਹਾ moon is observed from two diametrically opposite point A and B on earth यानी अर्थ ਨੂੰ ਤੁਸੀਂ ਐਸਾ ਇੱਕ ਫਾਈਨਾਈਟ ਸਾਈਜ਼ ਦਾ ਦਿਖਾ ਕੇ ਉਹਦੇ ਤੇ ਦੋ ਪੁਆਇੰਟ ਮਾਰਕ ਕਰਦੇ ਪਏ ਹੋ ਉਹਨੇ ਆਪਣੇ ਨੂਮੈਰੀਕਲ ਜੇ ਕਿਹਾ ਕਿ ਵੀ ਤੁਹਾਡੇ ਕੋਲ ਆ ਮੰਨ ਲਓ ਅਸੀਂ ਅਰਥ ਨੂੰ ਸ਼ੋ ਆਫ ਕਰਦੇ ਪਏ
ਇਹਦੇ ਡਾਇਆਮੀਟ੍ਰਿਕਲੀ ਆਪੋਜ਼ਿਟ ਪੁਆਇੰਟ A ਤੇ B ਆ। ਇਥੋਂ ਤੁਸੀਂ ਮੂਨ ਨੂੰ ਆਬਜ਼ਰਵ ਕਰਦੇ ਪਏ, ਠੀਕ ਹੈ, ਯਾਨੀ ਆ ਮੇਰੇ ਦੋ ਆਬਜ਼ਰਵੇਸ਼ਨ ਪੁਆਇੰਟ ਹੋ ਗਏ ਤੇ ਇਹਨਾਂ ਵਿਚਲਾ ਆ ਮੇਰਾ ਜਿਹੜਾ ਡਿਸਟੈਂਸ ਹੋਏਗਾ ਬਿਟਵੀਨ ਦਾ ਟੂ, ਇਹਨੂੰ ਅਸੀਂ ਬੇਸਿਸ ਕਿਹਾ ਸੀਗਾ। ਤੇ ਇੱਥੇ ਜਿਹੜਾ ਮੂਨ ਆ ਮੂਨ ਨੂੰ ਤੁਸੀਂ ਪੁਆਇੰਟ ਸਾਈਜ਼ ਚ ਦਿਖਾਣਾ ਹੈ ਕਿਉਂਕਿ ਮੂਨ ਦੇ ਸਾਈਜ਼ ਦਾ ਕੋਈ ਲੈਣ ਦੇਣ ਨਹੀਂ ਆ। ਉਹਨੇ ਕਿਹਾ ਜੀ moon is observed from two diametrically opposite point A and B on earth, angle subtended at the moon, angle subtended at the moon by the two direction of observation is 1 degree 54 minute। ठीक है, यानी आ दो ऑब्जर्वेशन पॉइंट आ इन्हां ने मून ते जेड़ा एंगल सबटेंड कीता, यानी आ दोनों एज तो जेड़ा इस पॉइंट ते एंगल बनदा पिया थीटा एंगल, इस थीटा एंगल दी वैल्यू उन्हें डिफाइन कीती आ 1 डिग्री 54 मिनट। क्या इन्ही गल समझ लगी पहलो? Yes, sir. Yes, sir. उस तो बाद उन्हें की किया जी, given diameter of earth is to be 1.276 into 10 raised to power 7 मीटर, यानी आ AB दी लेंथ जिनु बेसिस कहते हैं, ये मतलब अपने को AB दी लेंथ डिफाइन होगी, लेंथ होने की जी 1.276 into 10 raised to power 7 मीटर। जे पुत्र मान लो अपन किसी न्यूमेरिकल दे अंदर डायमीटर अर्थ नहीं दसिया ते तुसी रेडियस ऑफ अर्थ वैसे भी याद रख लियो, रेडियस ऑफ अर्थ ਅਸੀਂ राउंड ऑफ करके 6400 किलोमीटर पढ़ ले, ये वैल्यू वैसे भी याद रखियो, नहीं देता तो अपन सीधी लेनी पड़ेगी वैल्यू। उन्होंने कहा जी कैलकुलेट द डिस्टेंस ऑफ द मून फ्रॉम अर्थ, मून का डिस्टेंस कढना जी अर्थ तो, यानी आ साइड MA दी लेंथ कढनी है, ਇਹਦਾ मतलब ਤੁਸੀਂ MA फाइंड आउट करना, AB नोन आ थीटा नोन ਤੇ ਆਪਣੇ ਕੋਲ ਐਂਗਲ ਦੀ ਸਟੈਂਡਰਡ ਡੈਫੀਨੇਸ਼ਨ ਕੀ ਹੁੰਦੀ ਹੈ, ਐਂਗਲ ਦੀ ਡੈਫੀਨੇਸ਼ਨ एंगल का Radius divided by radius। Arc by radius. आर्क बाय रेडियस, पुठा ना बना दो, एंगल होगा आर्क बाय रेडियस, AB ਜਿਹੜੀ ਸਾਹਮਣੀ ਸਾਈਡ ਆਰਕ ਟ੍ਰੀਟ ਹੋ ਜਾਏਗੀ ਤੇ MA ਤੇ MB ਮੇਰੇ ਦੋਨੋਂ ਰੇਡੀਅਸ ਨੇ। ਸੋ ਇਹਦੇ ਵਿੱਚੋਂ ਚੱਲੀਏ ਤੇ ਆਪਾਂ MA ਫਾਈਂਡ ਆਊਟ ਕਰਨਾ, MA ਦੀ ਵੈਲਿਊ ਆ ਗਈ AB ਬਾਈ ਥੀਟਾ। AB ਆਪਣੇ ਕੋਲ ਗਿਵਨ ਆ ਕੁਐਸਚਨ ਦੇ ਅੰਦਰ 1.276 into 10 raised to power 7 और थीटा दी वैल्यू मेरे को गिवन है 1 डिग्री 54 मिनट। ते समझण वाली चीज है यार कि आ एंगल नु तुसी रेडियन च लओगे क्योंकि डिस्टेंस ਅਸੀਂ मीटर च लवांगे, आ मेरे को रेडियन च लवांगा, फिर मेरे को एसएच ਇਹਦਾ SI यूनिट मीटर आएगा। ये निकाल समझ लग रही? Yes, sir. Sir. ਇਹਦਾ मतलब इस एंगल ਦੀ बेटा वैल्यू बनाओगे, आप ਇਹਨੂੰ रेडियन च लेके जाना, ठीक है, ਤੇ कन्वर्जन ਉਹੀ ਫੇਰ ਆ ਦੁਬਾਰਾ ਜਿਹੜੀ ਅੱਗੇ ਦੱਸੀ ਹੋਈ ਹੈ। ਆਪਾਂ ਜੇ 1 डिग्री ਦੇ, ਠੀਕ ਹੈ, ਜੇ ਆਪਾਂ ਇਦਾਂ ਕਰ ਲਈਏ ਅੱਜ ਹੀ ਸਮਝਾਈ ਸੀ, ਇਹਨੂੰ ਯੂਜ਼ ਕਰਨ ਲੱਗਿਆ ਆਪਣੇ ਕੋਲ ਸੀਗਾ 1 डिग्री = 60 ਮਿੰਟ, ਠੀਕ ਹੈ, ਤੇ ਦੂਜੇ ਪਾਸੇ ਆਪਾਂ ਕਿਹਾ ਸੀ 180 डिग्री ਪਾਈ ਰੇਡੀਅਨ ਦੇ ਬਰਾਬਰ ਹੁੰਦੇ, ਠੀਕ ਹੈ ਜੀ। ਇਧਰ ਮੇਰੇ ਕੋਲ ਜਿਹੜਾ ਐਂਗਲ ਹੈਗਾ ਇਹ ਹੈਗਾ 1 डिग्री + 54 ਮਿੰਟ। ਆ ਗੱਲ ਸਮਝ ਲੱਗੀ ਜੋ ਬੋਲੀ ਮੈਂ? Yes, sir. ठीक है, Yes. आ एक स्टेप समझ लो, लिखना छोड़ दो, एक बार चलो इनको समझ लो। 1 डिग्री 54 मिनट का मतलब हो गया 1 डिग्री + 54 मिनट ते 54 मिनट दे पहलो डिग्री बना लो, ठीक है। ਆਪਾਂ ਨੂੰ 1 मिनट ਦੀ ਵੈਲਿਊ 1/60 डिग्री ਆ, ਉਹਦੇ ਨਾਲ ਇੱਥੇ ਮਲਟੀਪਲਾਈ ਕਰ ਲਓ ਤੇ ਮੇਰੇ ਕੋਲ ਆ ਗਿਆ 1 डिग्री + 54/60 डिग्री। क्या इतनी बात समझ लगी? Yes, sir. Yes, sir. Yes, sir. ठीक है, आ मैं सॉल्व करके जितना आ जाएगा ये मेरा टोटल एसएच डिग्री ਦੇ ਵਿੱਚ एंगल आ जाना बेटा। क्लियर है नी गल? Yes, sir. Yes, sir. ਇਹਦਾ मतलब अपने को थीटा कितना बन गया जी, ये तो जे प्लस करिए तो 60 + 54 आ जाएगा 1114 डिग्री / 60 इतना आ जाएगा जी। Yes, sir. ठीक है, Yes, और sir. अपने को कन्वर्जन होगी कि भी 1 डिग्री ਜਿਹੜੀ ਆ ਉਹ π/180 रेडियन ਤੇ ਆਪਣੇ ਕੋਲ ਜਿੰਨੀਆਂ ਆ ਡਿਗਰੀਜ਼ ਬਣੀਆਂ ਇਹਨੂੰ ਲਿਖ ਦਈਏ 1/4/60 into π/180 डिग्री। आ जितना आ जाएगा इतने रेडियन ਤੁਹਾਡਾ एंगल थीटा ਦੀ वैल्यू होएगी। इस एंगल ਦੇ ਤੇ ਸਬਸਟੀट्यूट कर लो, ठीक है, तो फिर मेरी MA ਦੀ वैल्यू आ जाएगी। ਇਹਨੂੰ ਸॉल्व कर लूंगे। Yes.
Yes, sir. Yes, sir. चलो जे कोई स्टेप नहीं समझ लग गया तो एक बार जल्दी जल्दी बोलूंगे, जे न्यूमेरिकल क्लियर है तो मैं नेक्स्ट शुरू करांगा। करा शुरू नेक्स्ट? Yes, sir. चलो सेकंड न्यूमेरिकल ਦੀ ਸਟੇਟਮੈਂਟ ਜੋ ਨੇ ਬੋਰਡ ਦਿੱਤੇ ਆ, सन एंगुलर डायामीटर, सन एंगुलर डायामीटर ਇਹ ਮਤਲਬ सन ਦੇ डायामीटर ਨੇ ਜਿੰਨਾ ਐਂਗਲ ਸਬਟੈਂਡ ਕੀਤਾ ਉਹਦੀ ਵੈਲਿਊ ਨੇ ਕਹੀ ਆ 1920 ਸੈਕਿੰਡ, ਠੀਕ ਹੈ। डिस्टेंस ऑफ द सन from earth is 1.496 into 10 raised to power 11 meter। ਨਾ ਵੀ ਦੱਸਿਆ ਹੁੰਦਾ ਸਾਨੂੰ ਤਾਂ ਵੀ ਪਤਾ ਸੀਗਾ ਕਿ 1 ਐਸਟ੍ਰੋਨੋਮਿਕਲ ਯੂਨਿਟ ਹੁੰਦਾ। ਉਹਨੇ ਹੁਣ ਆ ਫਿਗਰ ਦਾ ਪੁੱਠਾ ਕਿਹਾ ਬੇਟਾ, ਉਹਨੇ ਕਿਹਾ ਜੀ ਆ ਮੰਨ ਲਓ ਮੇਰੇ ਕੋਲ ਐਸਐਚ ਸਨ ਹੋ ਗਿਆ, ਸਨ ਦੇ ਡਾਇਆਮੀਟਰ ਨੇ ਠੀਕ ਹੈ ਜੀ ਅਰਥ ਦੇ ਕਿਸੇ ਪੁਆਇੰਟ ਤੇ ਜਿਹੜਾ ਐਂਗਲ ਸਬਟੈਂਡ ਕੀਤਾ ਵਾ, ਠੀਕ ਆ। ਸਨ ਦੇ ਡਾਇਆਮੀਟਰ ਨੇ ਅਰਥ ਦੇ ਦੋ ਪੁਆਇੰਟਸ ਜਿਹੜਾ ਐਂਗਲ ਸਬਟੈਂਡ ਇੱਥੇ ਕੀਤਾ ਥੀਟਾ, ਇਹਦੀ ਵੈਲਿਊ ਥੀਟਾ ਦੀ ਉਹਨੇ ਕਹੀ ਆ 1920 ਸੈਕਿੰਡ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. ਚਲੋ ਤੇ ਦੂਜਾ ਡਿਸਟੈਂਸ ਆਫ ਸਨ ਫਰਮ ਅਰਥ, ਠੀਕ ਹੈ ਜੀ ਇਹਦੀ ਮੈਨੂੰ ਉਹਨੇ ਲੈਂਥ ਦੱਸੀ ਹੋਈ ਆ ਕਿ ਜਿਹੜਾ ਆਪਣੇ ਕੋਲ OA ਹੋਏਗਾ ਇਹਦੀ ਲੈਂਥ ਹੈਗੀ ਹੈ 1.496 into 10 raised to power 11 ਮੀਟਰ। ਤੇ ਤੁਸੀਂ ਫਾਈਂਡ ਆਊਟ ਕਰਨਾ ਸਨ ਦਾ ਡਾਇਆਮੀਟਰ, ਯਾਨੀ ਤੁਸੀਂ AB ਦੀ ਵੈਲਿਊ ਕੱਢਣੀ ਹੈ। ਕਿਆ ਇੰਨੀ ਗੱਲ ਸਮਝ ਲੱਗੀ ਪਹਿਲੋਂ? Yes, sir. Yes, sir. चलो फार्मूला बेटा फिर ऊपर एंगल वाला ही अपना आ जाना। यस सर। वी नो दैट थीटा का फार्मूला सेगा आर्क AB ओवर रेडियस AO। ते ਆਪਾਂ ਬੁੱਤ AB ਦੀ ਵੈਲਿਊ ਕੱਢਣੀ ਆ ਤੇ देयरफॉर ਇਹਦੇ ਅਕੋਰਡਿੰਗਲੀ AB ਆ ਜਾਏਗਾ AO into थीटा। क्लियर है निकल? Yes, sir. Yes, sir. मुझे इतने वैल्यू पुट अप कर दिए तो सारे को AB ਦੀ ਵੈਲਿਊ ਆ ਗਈ, AO ਦੀ ਵੈਲਿਊ ਪਹਿਲਾਂ ਪੁਟ ਅਪ ਕਰ ਲਓ। AO ਦੀ ਵੈਲਿਊ ਆਪਣੇ ਕੋਲ ਸੀਗੀ 1.496 into 10 raised to power 11। क्लियर है? और एंगल थीटा ਦੀ ਵੈਲਿਊ ਸੈਕਿੰਡ ਦੇ ਵਿੱਚ ਆ, ਆਪਾਂ ਕੱਚ ਲੈ ਕੇ ਜਾਣੀ Radian. Radian. ਪਹਿਲੋ ਸੈਕਿੰਡ ਦੇ ਮਿੰਟ ਬਣਾਵਾਂਗੇ, ਮਿੰਟ ਦੇ ਡਿਗਰੀ ਬਣਾਵਾਂਗੇ, ਡਿਗਰੀ ਤੋਂ ਰੇਡੀਅਨ। ਟੇਬਲ ਆਪਣੇ ਕੋਲ ਆ ਗਿਆ 1920 ਸੈਕਿੰਡ ਆ, ਮਿੰਟ ਬਣਾਣੇ ਆ ਤੇ 60 ਨਾਲ ਡਿਵਾਈਡ ਹੋ ਜਾਏਗਾ, ਠੀਕ ਹੈ। ਮੁੜ ਕੇ ਮਿੰਟ ਤੋਂ ਡਿਗਰੀ ਬਣਾਣੇ 60 ਨਾਲ ਹੋਰ ਡਿਵਾਈਡ ਹੋ ਜੂ ਤੇ ਮੁੜ ਕੇ ਪਾਈ ਬਾਈ 180 ਨਾਲ ਮਲਟੀਪਲਾਈ ਕਰ ਲਓ ਤੇ ਆ ਜਿੰਨਾ ਸੋਲਵ ਕਰਕੇ ਆ ਗਿਆ ਉਹਨੇ ਮੀਟਰ ਸਾਡੇ ਕੋਲ ਜਿਹੜਾ ਵਾ ਉਹ ਸਨ ਦਾ ਐਂਗੂਲਰ ਡਾਇਆਮੀਟਰ ਹੋਏਗਾ। क्या आ चीज क्लियर है जी? Yes, sir. Yes, sir. तो इधर सारे ਨੂੰ ਸਮਝ ਲੱਗਿਆ? Yes, sir. Yes, sir. Yes, sir. Yes, sir. ਗੱਲਾਂ ਤਾਰਨ ਤੇ ਨਾ ਜੋੜ ਦੇਈ ਚੱਲਿਓ, ਸਮਝ ਲੱਗਦਾ ਪਿਆ ਨਾ? Yes, sir. ਕਰਾਂ ਕੰਟੀਨਿਊ? Yes, sir. Yes, sir. चल थर्ड न्यूमेरिकल ਦੀ ਸਟੇਟਮੈਂਟ ਦੇਖੋ। थर्ड न्यूमेरिकल ਆਪਾਂ ਮੈਥਡ ਕੀਤਾ ਸੀ ਟ੍ਰਾਇੰਗੂਲੇਸ਼ਨ ਮੈਥਡ, ਕੁਝ ਉਹਦੇ ਨਾਲ ਰਿਲੇਟਡ ਆ। ਉਹਨੇ ਕਿਹਾ ਜੀ ਅ ਮੈਨ ਵਿਸ਼ਸ ਟੂ, ਪਹਿਲੋ ਸਟੇਟਮੈਂਟ ਧਿਆਨ ਨਾਲ ਸੁਣ ਲਿਓ ਬੇਟਾ ਇੱਕ ਵਾਰੀ। ਅ ਮੈਨ ਵਿਸ਼ਸ ਟੂ ਐਸਟੀਮੇਟ ਦਾ ਡਿਸਟੈਂਸ ਆਫ ਏ ਨੀਅਰ ਬਾਈ ਟਾਵਰ ਫਰਮ ਹਿਮ, ਯਾਨੀ ਮੇਰੇ ਤੋਂ ਕੁਝ ਡਿਸਟੈਂਸ ਤੇ ਕੋਈ ਟਾਵਰ ਹੈਗਾ, ਠੀਕ ਹੈ, ਮੈਂ ਉਹਦਾ ਡਿਸਟੈਂਸ ਜਿਹੜਾ ਉਹ ਮੇਜਰ ਕਰਨਾ ਚਾਹ ਰਿਹਾ। ਉਹਦੇ ਲਈ ਕੀ ਕਿਹਾ, ਹੀ ਸਟੈਂਡ ਐਟ ਪੁਆਇੰਟ A ਇਨ ਫਰੰਟ ਆਫ ਟਾਵਰ, ਯਾਨੀ ਆਪਾਂ ਨੂੰ ਇਦਾਂ ਕਹਿ ਦਿੰਦੇ ਇੱਥੇ ਮੇਰੇ ਕੋਲ ਮੰਨ ਲਓ ਜੀ ਕੋਈ ਐਸਾ ਟਾਵਰ ਹੈਗਾ, ਆ ਮੇਰੇ ਟਾਵਰ ਦੀ ਲੋਕੇਸ਼ਨ ਆ C, ਠੀਕ ਹੈ। ਇਹਦੇ ਤੋਂ ਕੁਝ ਡਿਸਟੈਂਸ ਤੇ C ਟਾਵਰ ਦੀ ਲੋਕੇਸ਼ਨ, ਇਹਦੇ ਤੋਂ ਕੁਝ ਡਿਸਟੈਂਸ ਤੇ ਇੱਥੇ ਮੈਂ ਖੜਾ ਹਾਂ। ਮਤਲਬ ਇਦਾਂ ਕਹਿੰਦਾ ਜਿੱਥੇ ਮੈਂ ਖੜਾ ਇਹ A ਪੁਆਇੰਟ ਆ, ਮੇਰੇ ਸਾਹਮਣੇ ਜਿਹੜਾ ਵਾ ਉਹ ਇੱਕ ਟਾਵਰ ਹੈਗਾ ਤੇ ਟਾਵਰ ਵਾਲੀ ਲੋਕੇਸ਼ਨ ਅਸੀਂ C ਕਹਿ ਦਿੱਤਾ। ਇਹਨਾਂ ਕਲੀਅਰ? Yes, sir. Yes. ਚਲੋ ਉਸ ਤੋਂ ਬਾਅਦ ਉਹਨੇ ਕੀ ਕਿਹਾ ਅਗਲੀ ਲਾਈਨ ਚ, ਕਹਿੰਦਾ ਜੀ ਹੀ ਸਟੈਂਡ ਐਟ ਪੁਆਇੰਟ A in front of tower C and support a very distant object O in line with AC। मतलब ਜੇ ਮੈਂ ਇਸੇ ਲਾਈਨ ਦੇ ਅਲੋਂਗ ਦੂਰ ਤੱਕ ਦੇਖਾਂ ਹਨਾ ਤੇ ਮੈਨੂੰ ਦੂਰ ਕੋਈ ਇੱਕ ਆਬਜੈਕਟ ਹੈਗਾ ਜਿਹਦਾ ਨਾਮ O ਹੈਗਾ। ਇੰਨੀ ਗੱਲ ਸਮਝ ਲੱਗੀ? Yes, sir. Yes, Yes, sir. ਇਹ
इसे लाइन दे अलोंग, ठीक है जी, इसे लाइन दे अलोंग बहुत लॉन्गर डिस्टेंस ते किते कोई पॉइंट ओ ले लांगे, वो मैं जे बाद चो नाम दूंगा क्यों नहीं, ਉਹਦਾ कारण है। ਉਹਨੇ ਅੱਗੇ ਕੀ ਕਿਹਾ, he then walk perpendicular to AC up to B। ਆ ਮੇਰੀ ਲਾਈਨ ਜਿਹੜੀ AC ਵਾਲੀ ਲਾਈਨ ਆ ਹਨਾ, ਇਹਦੇ ਤੋਂ ਪਰਪੈਂਡੀਕੂਲਰ ਮੈਂ ਇਸ ਸਾਈਡ ਨੂੰ ਮੂਵ ਕਰ ਗਿਆ, ठीक है, यानी A ਤੋਂ मैं SH AC वाली लाइन ਤੋਂ कुछ परपेंडिकुलर डिस्टेंस B तक मूव कर गया। ਉਹਦੇ ਲਈ ਉਹਨੇ डिस्टेंस ਦਿੱਤਾ अप टू अ डिस्टेंस ऑफ 1200 मीटर, यानी आ डिस्टेंस ਦੀ ਵੈਲਿਊ 1200 मीटर, मतलब जिथे मैं खड़ा सी इथों मैं 1.25 किलोमीटर यानी 1.2 किलोमीटर पे इधर ਨੂੰ चला गया लेफ्ट साइड। क्लियर है नी गल? Yes, Yes, sir. sir. पर ਉਹਨੇ ਹੁਣ ਅੱਗੇ ਕੀ ਕਿਹਾ, ਕਹਿੰਦਾ ਜੀ ਐਂਡ ਲੁੱਕ ਐਟ O ਐਂਡ C ਅਗੇਨ, ठीक है, लुक एट O एंड C, यानी B तो खड़ के मैं C ਨੂੰ ਫੇਰ ਦੁਬਾਰਾ ਆਬਜ਼ਰਵ ਕਰਦਾ ਪਿਆ ਤੇ B ਤੋਂ ਖੜੇ ਹੋ ਕੇ ਮੈਂ O ਨੂੰ ਵੀ ਦੇਖਦਾ ਪਿਆ। ਉਹਨੇ ਕੀ ਕਹਿ ਦਿੱਤਾ, since O is very distant, O ਜਿਹੜਾ ਅਸੀਂ ਮੰਨਦੇ ਬਹੁਤ ਦੂਰ ਪੁਆਇੰਟ ਹੈਗਾ, ਮੈਂ ਇਦਾਂ ਸਮਝਾ ਸਕਦਾ ਜਿੱਦਾਂ ਮੰਨ ਲਓ C ਮੇਰਾ ਟਾਵਰ ਆ ਤੇ ਇਸੇ ਲਾਈਨ ਦੇ ਲੌਂਗ ਮੈਂ ਕਹਿੰਦਾ ਕਿ ਅੱਗੇ ਮੇਰੇ ਕੋਲ ਸਨ ਦੀ ਲੋਕੇਸ਼ਨ, मतलब ਇੰਨਾ ਦੂਰ ਮੈਂ ਡਿਸਟੈਂਸ ਦੇਖਦਾ ਪਿਆ ਕਿਸੇ ਆਬਜੈਕਟ ਨੂੰ। ਜਦੋਂ ਮੈਂ ਇੱਥੋਂ 1 ਕਿਲੋਮੀਟਰ ਪਰੇ ਚੱਲ ਜਾਊਂਗਾ, ठीक है, उतों खड़ के मैं C ਨੂੰ टावर ਨੂੰ ਦੇਖੂੰਗਾ ਤੇ ਉਹਦੀ ਲੋਕੇਸ਼ਨ 'ਚ ਮੈਨੂੰ ਚੇਂਜ ਲੱਗੇਗੀ, ਕਿਉਂਕਿ ਮੇਰੇ ਆਬਜ਼ਰਵੇਸ਼ਨ ਪੁਆਇੰਟ ਡਿਫਰ ਕਰ ਗਏ। ਪਹਿਲਾਂ ਇੱਥੇ ਆਬਜ਼ਰਵੇਸ਼ਨ ਪੁਆਇੰਟ ਸੀ, ਹੁਣ ਨਵਾਂ ਮੇਰਾ ਆਬਜ਼ਰਵੇਸ਼ਨ ਪੁਆਇੰਟ ਆ ਗਿਆ, ਠੀਕ ਹੈ, ਤੇ ਨਵੇਂ ਆਬਜ਼ਰਵੇਸ਼ਨ ਪੁਆਇੰਟ ਤੋਂ ਜਦੋਂ ਮੈਂ C ਨੂੰ ਦੇਖਦਾ ਪਿਆ ਨੀਅਰ ਬਾਈ ਆਬਜੈਕਟ ਨੂੰ, ਇਹਦੀ ਪੋਜੀਸ਼ਨ 'ਚ ਮੈਨੂੰ ਚੇਂਜ ਲੱਗੂਗੀ। Yes, sir. ਠੀਕ ਹੈ, Yes, sir. Yes, sir. ਇਸੇ ਥਾਂ ਤੋਂ ਖੜੇ ਹੋ ਕੇ O ਨੂੰ ਦੇਖਿਆ ਸੀ, ਹੁਣ ਮੈਂ B ਵਾਲੀ ਥਾਂ ਤੇ ਜਾ ਕੇ O ਨੂੰ ਦੇਖਾਂ, ਯਾਨੀ ਸਨ ਨੂੰ ਪਹਿਲਾਂ ਮੈਂ ਇੱਥੋਂ ਖੜੇ ਹੋ ਕੇ ਦੇਖਿਆ ਤੇ ਹੁਣ ਮੈਂ ਇੱਥੋਂ 1 ਕਿਲੋਮੀਟਰ ਦੂਰ ਜਾ ਕੇ ਦੇਖਾਂ, ਤੇ ਕਿਆ ਸਨ ਦੀ ਲੋਕੇਸ਼ਨ 'ਚ ਮੈਨੂੰ ਕੋਈ ਚੇਂਜ ਲੱਗ ਰਹੀ? नो सर। ਉਹ ਕਹਿੰਦਾ ਜੀ ਉਹ ਡਿਸਟੈਂਟ ਆਬਜੈਕਟ ਇੰਨੀ ਕੁ ਦੂਰ ਹੈਗਾ ਕਿ ਉਹਦੀ ਪੋਜੀਸ਼ਨ 'ਚ ਆਲਮੋਸਟ ਕੋਈ ਚੇਂਜ ਅਪੀਅਰ ਨਹੀਂ ਹੋਏਗੀ when you observe the distant object from A or distant object observed from B। क्या आ लाइन समझ आ रही बच्चे सारे दे? Yes, sir. Yes, sir. ਹੁਣ ਇਥੋਂ ਜਦੋਂ B ਤੋਂ C ਨੂੰ ਮੈਂ ਦੇਖਿਆ ਉਦੋਂ ਮੇਰਾ ਲਾਈਨ ਆਫ ਐਕਸ਼ਨ ਜਿਹੜਾ ਆ ਵਾ, ਤੇ ਜਦੋਂ ਮੈਂ SH A ਤੋਂ O ਨੂੰ ਦੇਖਦਾ ਪਿਆ, ਮੰਨ ਲਓ ਆ O ਦੀ ਜਿਹੜੇ ਲੋਕੇਸ਼ਨ ਲੈ ਲੈਣੇ, ਉਹਦਾ ਤੋਂ ਉਹਨੇ ਕਿਹਾ ਸੀ ਇਨ ਲਾਈਨ ਵਿਦ AC, मतलब AC वाली लाइन पे देखो या BC वाली D, इथों BO वाली लाइन लवा, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ। ਇਹਦਾ ਮਤਲਬ ਆ ਪੁਆਇੰਟ ਮੈਨੂੰ A ਤੋਂ ਦੇਖਣ ਦੇ ਤੇ ਇਹ ਪੁਆਇੰਟ ਮੈਨੂੰ B ਤੋਂ ਦੇਖਣ ਤੇ ਕੋਈ ਫਰਕ ਨਹੀਂ ਪਾਉਂਦਾ ਪਿਆ। ਇੰਨੀ ਗੱਲ ਸਮਝ ਲੱਗੀ ਫਿਗਰ ਦੇ ਅੰਦਰ? Yes, sir. Yes, sir. ਚਲ ਹੁਣ ਉਹਨੇ ਆਪਣੇ ਕੁਐਸਚਨ 'ਚ ਇਸ ਤੋਂ ਅੱਗੇ ਕੀਵਰਡ ਯੂਜ਼ ਕੀਤੇ ਆ, but he find the line of sight of C shifted from original line of sight by an angle 40। ਕੀ ਕਹਿ ਰਿਹਾ ਬੇਟਾ ਉਹ ਕਿ ਜਿਹੜੀ origignal ਲੋਕੇਸ਼ਨ ਸੀ ਇਥੋਂ ਤੇ ਜਿਹੜੀ ਨਵੀਂ ਲੋਕੇਸ਼ਨ ਹੈਗੀ ਉਥੋਂ, ਇਹਨਾਂ ਦੋਨਾਂ ਥਾਵਾਂ ਤੋਂ C ਦੀ ਪੋਜੀਸ਼ਨ ਦੇ ਵਿੱਚ ਜਿਹੜਾ ਪੈਰਾਲੈਕਸ ਆ ਗਿਆ, ਉਹ ਤੇ ਜਿੱਦਾਂ ਇੱਥੇ ਗਿਆ ਸੀ ਇੱਕ ਵਾਰੀ ਮੂਨ ਨੂੰ A ਤੋਂ ਆਬਜ਼ਰਵ ਕਰਾਂ, ਇੱਕ ਵਾਰੀ ਮੂਨ ਨੂੰ B ਤੋਂ ਆਬਜ਼ਰਵ ਕਰਾਂ ਤੇ ਇਹਦੇ ਪੋਜੀਸ਼ਨ ਦੇ ਅੰਦਰ ਮੇਰਾ ਪੈਰਾਲੈਕਸ ਐਂਗਲ ਬਣਦਾ। ਇਹੀ ਹੁਣ ਵੀ ਉਹ ਵਰਡ ਬੋਲਦਾ ਪਿਆ, ਇੱਕ ਆਬਜ਼ਰਵੇਸ਼ਨ ਪੁਆਇੰਟ A ਆ, ਇੱਕ ਆਬਜ਼ਰਵੇਸ਼ਨ ਪੁਆਇੰਟ B ਆ, ਇਹ ਮੇਰਾ ਬੇਸਿਸ ਬਣ ਗਿਆ। ਇਥੋਂ ਖੜ ਕੇ ਮੈਂ C ਨੂੰ ਆਬਜ਼ਰਵ ਕਰਾਂ ਜਾਂ B ਤੋਂ ਖੜ ਕੇ C ਨੂੰ ਆਬਜ਼ਰਵ ਕਰਾਂ, ਮੈਨੂੰ ਪੋਜੀਸ਼ਨ ਦੇ ਵਿੱਚ 40 ਡਿਗਰੀ ਐਂਗਲ ਦੀ ਚੇਂਜ ਲੱਗਦੀ ਪਈ। ਐਂਗਲ ਦੀ ਕੰਡੀਸ਼ਨ ਸਮਝ ਆਈ? Yes, sir. ਚਲ ਉਹਨੇ ਹੁਣ ਅੱਗੇ ਲਾਸਟ ਕੀਵਰਡ ਯੂਜ਼ ਕੀਤੇ, थोड़ा फिर तो दस्यो किद्दां होया ਉਹ ਤੋਂ ਮੈਨੂੰ ਇਹ ਕਹਿਣਾ ਬੱਚੇ, ਉਹ ਕਹਿੰਦਾ ਲਾਈਨ ਆਫ ਸਾਈਟ, ਲਾਈਨ ਆਫ ਸਾਈਟ ਦਾ ਮਤਲਬ ਜਿਹੜੀ ਲਾਈਨ ਦੇ ਲੌਂਗ ਮੈਨੂੰ ਲਾਈਟ ਮਿਲਦੀ ਪਈ ਆ, ਟਾਵਰ ਤੇ ਲਾਈਟ ਪੈਂਦੀ ਪਈ ਸਨਲਾਈਟ ਹਨਾ, ਉਥੋਂ ਲਾਈਟ ਮੇਰੇ ਆਈ ਨੂੰ ਆਈ ਆ, ਜਿਹੜੀ ਲਾਈਨ ਦੇ ਅਲੋਂਗ ਉਹ ਲਾਈਟ ਆਈ ਆ ਉਹਨੂੰ ਕਹਿੰਦੇ ਲਾਈਨ ਆਫ ਸਾਈਟ। ਇੱਕ ਲਾਈਨ ਆਫ ਸਾਈਟ ਮੇਰੀ C ਤੋਂ A ਤੱਕ ਆ, ਇੱਕ ਲਾਈਨ ਆਫ ਸਾਈਟ ਮੇਰੀ C ਤੋਂ B ਤੱਕ ਆ। ਉਹ ਕਹਿੰਦਾ ਇਹਨਾਂ ਦੋਨਾਂ ਪੋਜੀਸ਼ਨ ਦੇ ਵਿੱਚ ਜਿਹੜਾ ਐਂਗਲ ਦਾ ਫਰਕ ਪੈਂਦਾ ਪਿਆ ਉਹ 40 ਡਿਗਰੀ ਪੈ ਰਿਹਾ, यानी इन्ना मेरा पैरालैक्स एंगल बनता पिया। समझ लग रही गल? यस सर। हाँ जी सर। चल जगनूर क्लियर है? हाँ जी सर। चल उन्हें क्या की फाइंड आउट करो, कैलकुलेट द डिस्टेंस ऑफ टावर फ्रॉम द ओरिजिनल पोजीशन। सिर्फ स्टेटमेंट लेंथ ही है बेटा, उन्हें A तो लेके C तक का डिस्टेंस पूछा, आप उसी फाइंड आउट करना ते जेडी हुन मेरी राइट एंगल ट्रायंगल बनती पई है, इस ट्रायंगल के अकॉर्डिंगली एंगल के सामने परपेंडिकुलर आ गया, हाइपोटेन्यूज आ गया, तो मेरे को कहता जी आ मेरा बेस आ गया। क्लियर है निकल?
Yes, sir. Yes, sir. Yes, sir. ਤੇ ਬੇਸ ਪਰਪੈਂਡੀਕੂਲਰ ਤੇ ਬੇਸ ਇਹਨਾਂ ਨੂੰ ਲਿੰਕ ਕਰਨਾ ਆਪਣੇ ਕੋਲ ਕੀ ਆ ਗਿਆ ਜੀ Tan. ਸੋ tan 40 ਦੀ ਵੈਲਿਊ ਆ ਗਈ AB ਓਵਰ CA यानी tan 40 डिग्री की वैल्यू 1200 ओवर x आ जाएगी क्लियर है नहीं गल Yes, sir. Yes, sir. क्लियर पर x की वैल्यू आ गई 1200 ओवर tan 40 डिग्री जे नाल कोई मिनट नहीं लग्या होया ते ਇਹਦਾ ਮਤਲਬ tan 40 डिग्री 0 मिनट ਦੀ ਵੈਲਿਊ ਆ ਤੇ ਟੇਬਲ ਦੇਖਾਂਗੇ ਹੁਣ ਤੁਹਾਨੂੰ ਟੇਬਲ ਦੇਖਣਾ ਆਣਾ ਚਾਹੀਦਾ ਤੁਹਾਡੀ ਇਹ ਟੇਬਲ ਸਾਈਨ ਦਾ ਦਿੱਤਾ ਮੈਂ ਗਲਾ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਬਾਅਦ ਦੇ ਵਿੱਚੋਂ ਟੇਬਲ ਦੇਖੋਗੇ tan 40 ਡਿਗਰੀ 0 ਮਿੰਟ ਦੀ ਕਿੰਨੀ ਵੈਲਿਊ tan 45 1 ਹੁੰਦਾ ਇਹਨਾਂ ਇਹਦੀ ਵੈਲਿਊ 1 ਦੇ ਨੀਅਰ ਬਾਈ ਕੁਛ ਆਣੀ ਆ ਠੀਕ ਹੈ tan 40 ਡਿਗਰੀ 0 ਮਿੰਟ ਦੀ ਕਿੰਨੀ ਵੈਲਿਊ ਉਹ ਇੱਥੇ ਭਰੋਗੇ ਤੇ ਇਹਦੀ ਰੇਸ਼ੋ ਸੋਲਵ ਕਰ ਲਓ ਤੇ ਆ ਮੇਰਾ x ਨਿਕਲ ਆਏਗਾ ਕੀ ਕਲੀਅਰ ਹੈ ਨਹੀਂ ਗੱਲ Yes, sir. yes, sir. 0.6428 लिखी है ठीक है 0.6428 लिखी वैल्यू 0.6428 6428 तेरे को टेबल हैगा हाँ जी सर करी सामने मैंने कैमरा ऑन कर रहा करी सामने 40 डिग्री 0 सर इसमें हम रेडियन वाला मोड यूज करेंगे ना कैलकुलेटर में की कह रहे हो सर रेडियन वाला मोड यूज करेंगे ना कैलकुलेटर में बिल्कुल जी बिल्कुल tan 40 डिग्री ਦੀ ਵੈਲਿਊ ਤੋਂ ਦੇਖ ਕੇ ਵੈਸੇ ਤਾਂ ਪੁੱਤ ਟੇਬਲ ਚੋਂ ਮੋਬਾਈਲ ਦੇ ਚੋਂ ਸਾਇੰਟਿਫਿਕ ਕੈਲਕੂਲੇਟਰ ਨਾ ਯੂਜ਼ ਕਰਿਓ ਠੀਕ ਹੈ ਬੋਰਡ 'ਚ ਅਲਾਉਡ ਨਹੀਂ ਹੁੰਦਾ ਠੀਕ ਹੈ ਤੁਹਾਨੂੰ ਟੇਬਲ ਦੇਖਣਾ ਆਣਾ ਚਾਹੀਦਾ ਟੇਬਲ ਬੁੱਕ ਦੇ ਵਿੱਚੋਂ ਠੀਕ ਹੈ ਤੁਹਾਡੇ ਕੋਲ ਤੁਹਾਡਾ ਜਿਹੜਾ ਬੁੱਕ ਦਾ ਵੋਲੀਅਮ 2 ਆ ਉਹਦੇ ਲਾਸਟ ਟੇਬਲ ਲੱਗੇ ਹੋਏ ਆ ਉਹਦੇ ਵਿੱਚੋਂ ਟੇਬਲ 'ਚ ਵੈਲਿਊ ਦੇਖਿਓ ਹੋ ਜਾਊਗਾ Yes, sir. Yes, sir. ਚਲ ਇੱਥੇ ਰੋਕ ਰਿਹਾ